ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤੇ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਦਾਤੇ ਦੀਆਂ ਪਾਰ ਰਹਿਮਤਾਂ ਬਖਸ਼ਾ ਹੋਈਆਂ ਹਨ। ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ। ਦੁਨੀਆ ਤੇ ਖਿੱਤੇ ਤੇ ਸਤਿਗੁਰੂ ਦਾਤੇ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਵਸਾਈ। ਸਤ ਸੰਗਤ ਨੂੰ ਕਿਹਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸੱਚਖੰਡ ਹੈ, ਕਿਉਂਕਿ ਇੱਥੇ ਸੱਚੇ ਦੀ ਸਿਫਤ ਸਲਾਹ ਹੁੰਦੀ ਹੈ। ਸੱਚਖੰਡ ਸੱਚੇ ਦਾ ਖੰਡ, ਪਰਮਾਤਮਾ ਪਰਮੇਸ਼ਰ ਦੇ ਜਿੱਥੇ ਗੁਣ ਗਾਏ ਜਾਂਦੇ। ਦੁਨੀਆ ਵਿੱਚ ਇਹੋ ਜਿਹਾ ਕੋਈ ਖਿੱਤਾ ਤੁਹਾਨੂੰ ਨਹੀਂ ਮਿਲੇਗਾ ਜਿਸ ਖਿੱਤੇ ਨੂੰ ਆਪਾਂ ਕਹਿ ਲਈਏ ਵੀ ਇਦਾਂ ਦਾ ਖਿੱਤਾ ਹੈ ਜਿੱਥੇ ਰੱਬ ਵਸਦਾ ਹੈ। ਪਰ ਜਿੱਥੇ ਰੱਬ ਦੀ ਬੰਦਗੀ ਹੁੰਦੀ ਹੈ, ਜਿੱਥੇ ਪ੍ਰਮਾਤਮਾ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਨੇ, ਭਾਈ ਸਾਹਿਬ ਜੀ ਕਹਿੰਦੇ ਨੇ ਇਹੀ ਸੱਚਖੰਡ ਹੈ। ਸੱਚਖੰਡ ਵਿੱਚ ਆਪ ਜੀ ਬੈਠੇ ਹੋ, परमात्मा परमेश्वर की सिफत सलाह गुरु के कीर्तनीय बड़े ही रंग रस दे विच आसा की वार दे कीर्तन आप संगतां नूं प्यार नाल सरवण करा रहे सन। जो विचार वास्ते साहिबान ने सानू अमृत बचना की दात बख्शी है। ये पावन बचन ज़ाहर पीर जगत गुरु बाबा साहिब श्री गुरु नानक देव महाराज दाते दी पावन रचना तो उचारण कीते हुए सलोक वारां ते वधीक सिरलेख हेठ दर्ज हन। आपां कल इस दी विचार भी इस सिरलेख दे अर्थ की बनदे ने कर चुके हैं। अज जो महाराज दाते ने सानू श्लोक बख्शिश कीते ने, 3 श्लोकां दा पाठ आप जी प्यार नाल सरवण कर रहे सो। आओ साहिबां दे चरनां विच अरदास करिए। पातशाह जी अपना मेहर दा हथ रख के अपने दर घर दी सिफत सलाह आप करा लवो। प्रेम अदब सत्कार दे नाल गुरफतेह दी सांझ पाओ जी। आखो जी वाहिगुरु जी का खालसा वाहिगुरु जी की फतेह। ये पावन पवित्र श्लोक श्री गुरु ग्रंथ साहिब जी दे पवित्र अंग 1410 उत्ते शोभायमान ने। महाराज दाता जी फरमाउंदे ने, जे तू तारू पाण ताहू पुछ तिड़न कल। दुनिया दे विच कोई काज सिखना होवे ना, उस्ताद बनाना पैंदा है। उस्ताद तो बिना उहदे विच मुहारत हासिल नहीं होती। उस्ताद भी चंगा होवे ते ईमानदारी दे नाल अपने चेले नूं गुण सिखाए, उहदे मन दे विच इदां ही होवे भी जो कुछ मैं जानदा वां मेरे चेले नूं भी ये सब कुछ पता लग जाए, तो वाकई उहदे तो चेला उहदा सिखियार्थी सीख सकदा है। जे उस्ताद दे मन दे विच किते मैल आ गई ना भी जो कुछ मैं जानदा वां कल नूं इहने मेरे मुकाबले ते खड़ा हो जाना, तो फिर बड़ी दिक्कत हो सकदी। फिर समां ते विद्यार्थी सिखियार्थी चेला लाएगा, पर उस्ताद दे कोल बहुता गुण सीख नहीं सकेगा, क्योंकि बेईमानी उस्ताद दे मन विच आ गई। कुछ भी सीखना होवे चंगा उस्ताद चाहिदा है। वो अपने काम दे विच उहनूं मुहारत हासिल होए तां ही वो किसी नूं कुछ दे सकदा है। महाराज दाता जी कहंदे ने, जे तू तरना चाहना है, हर एक बंदा तरना चाहता है, पर किस थां ते तरना है इस संसार नूं महाराज दाते ने समुंदर किया। ते सुभाविक गल है भी जेड़े समुंदर नूं तरन दी जाच जानते ने, आपां उन्हां कोल ही पुछांगे। देखो ना, जे गुरबाणी दी व्याकरण सिखनी होवे ते आपां चंगे उस्ताद देखांगे ना। गुरबाणी दी संथ्या लैनी होवे चंगा माहर उस्ताद सानू चाहीदा।
ਅੱਜ ਆਪਾਂ ਦੇਖ ਸਕਦੇ ਹਾਂ ਚੰਗੇ ਜਿਹੜੇ ਜਿਨ੍ਹਾਂ ਨੇ ਇਸ ਗੁਰਬਾਣੀ ਦੇ ਵਿੱਚ ਮਹਾਰਤ ਹਾਸਲ ਕੀਤੀ, ਸਮਾਂ ਲਾਇਆ, ਉਹਨਾਂ ਨੂੰ ਬਹੁਤੀ ਤਿਆਰੀ ਕਰਨ ਦੀ ਵੀ ਲੋੜ ਨਹੀਂ। ਗਿਆਨੀ ਸਾਹਿਬ ਸਿੰਘ ਜੀ ਮਾਰਕੰਡੇ ਵਾਲੇ ਉਹ ਸਹਿਜ ਸੁਭਾਅ ਹੀ ਇਸ ਕਥਾ ਵਿਚਾਰਾਂ ਕਰਦੇ ਰਹਿੰਦੇ ਨੇ, ਨਾਲ ਸਾਨੂੰ ਵਿਆਕਰਨ ਦੇ ਨਿਯਮ ਵੀ ਦੱਸਦੇ ਰਹਿੰਦੇ ਨੇ, ਨਾਲ ਸੰਗਤਾਂ ਨੂੰ ਵੀ ਨਾਲ ਹੀ ਗਵਾਈ ਜਾਂਦੇ, ਬਿਲਕੁਲ ਬਾਣੀ ਦੇ ਨਾਲ ਸੁਰਤ ਜੁੜੀ ਰਹਿੰਦੀ ਹੈ। ਮੇਰਾ ਕਹਿਣ ਤੋਂ ਮੁਰਾਦ ਕੀ ਹੈ ਵੀ ਜਦੋਂ ਕਿਸੇ ਚੰਗੇ ਉਸਤਾਦ ਦੇ ਕੋਲੋਂ ਕੋਈ ਮਹਾਰਤ ਹਾਸਲ ਕਰਦਾ, ਸਿੱਖਦਾ ਹੈ, ਉਹਨੂੰ ਵਿਆਕਰਨ ਦੇ ਨਿਯਮ ਵੀ ਪਤਾ ਲੱਗ ਜਾਂਦੇ ਨੇ, ਫਿਰ ਵਿਸ਼ਰਾਮ ਸੰਥਿਆ ਦਾ ਪਤਾ ਲੱਗ ਜਾਂਦਾ ਵੀ ਅਸੀਂ ਪਾਠ ਕਿਵੇਂ ਕਰਨਾ ਹੈ। ਗੁਰੂ ਗਰੀਬ ਨਵਾਜ ਦਾਤਾ ਜੀ ਕਹਿੰਦੇ ਨੇ ਵੀ ਜੇ ਤੂੰ ਤਰਨ ਦੀ ਜਾਚ ਸਿੱਖਣਾ ਚਾਹੁੰਦਾ ਹੈ, ਜੇ ਤੂੰ ਤਰਨਾ ਚਾਹੁੰਦਾ ਹੈ, ਤੇ ਉਹਨਾਂ ਕੋਲ ਪੁੱਛ ਜਿਨ੍ਹਾਂ ਨੂੰ ਤਰਨ ਦੀ ਜਾਚ ਹੈ। ਜਿਹੜੇ ਵਿਚਾਰੇ ਆਪ ਡੁੱਬਦੇ ਹੋਣ ਉਹ ਤੈਨੂੰ ਥੋੜਾ ਤਾਰ ਸਕਦੇ ਨੇ। ਪਹਿਲਾਂ ਤੇ ਸਾਨੂੰ ਇਸ ਗੱਲ ਦਾ ਪਤਾ ਹੋਵੇ ਵੀ ਅਸੀਂ ਡੁੱਬਦੇ ਕਿੱਥੇ ਹਾਂ, ਉਸ ਤੋਂ ਬਾਅਦ ਆਪਾਂ ਸਿੱਖਾਂਗੇ ਨਾ ਵੀ ਅਸੀਂ ਤਰਨਾ ਕਿਵੇਂ ਹੈ। ਪਾਤਸ਼ਾਹ ਜੀ ਕਹਿੰਦੇ ਨੇ ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਪੇ ਨਾ ਜਾਨੂ, ਬਾਪ ਬੀਠਲਾ ਬਾਂਹ ਦੇ। ਵੀ ਮੈਨੂੰ ਤਾਂ ਤਰਨ ਦੀ ਜਾਚ ਹੀ ਕੋਈ ਨਹੀਂ, ਤੇਰੀ ਕਿਰਪਾ ਦਾ ਸਦਕਾ ਮੈਂ ਤਰ ਸਕਦਾ, ਪਰ ਡੁੱਬਦਾ ਕਿੱਥੇ ਆ ਇਹ ਵੀ ਤੇ ਗੱਲ ਪਤਾ ਹੋਣੀ ਚਾਹੀਦੀ ਹੈ ਨਾ। ਲੋਭ ਲਹਿਰ ਅਤ ਨੀਝਰ ਬਾਜੈ, ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਅਨਿਲ ਬੇੜਾ ਹਮ ਖੇਮ ਨਾ ਸਾਕੂ, ਤੇਰਾ ਪਾਰ ਨਾ ਪਾਇਆ ਬੀਠਲਾ, ਹੋ ਦਿਆਲ ਸਤਿਗੁਰੂ ਮੇਲ ਤੂੰ ਮੋਕੋ, ਪਾਰ ਉਤਾਰੇ ਕੇਸ਼ਵਾ। ਵੀ ਖੇਡ ਤੇ ਤਾਂ ਹੀ ਬਣ ਸਕਦੀ ਹੈ ਨਾ ਜੇ ਤੂੰ ਦਇਆ ਦੇ ਘਰ ਵਿੱਚ ਆਏ ਤੇ ਮੈਨੂੰ ਗੁਰੂ ਮਿਲਾ ਦੇਵੇਂ। ਗੁਰੂ ਤੋਂ ਬਿਨਾਂ ਤਰਨ ਦੀ ਜਾਤ ਤੇ ਨਹੀਂ ਨਾ ਆ ਸਕਦੀ। ਜਿਹੜੇ ਵਿਚਾਰੇ ਆਪ ਡੁੱਬਦੇ ਨੇ ਉਹ ਕਿਸੇ ਨੂੰ ਨਹੀਂ ਤਾਰ ਸਕਦੇ। ਜੋ ਡੁਬੰਦੇ ਆਪ ਸੋ ਤਰਾਏ ਕਿਨਖੇ, ਮਹਾਰਾਜ ਕਿਨਖੇ ਭਾਵ ਕਿਹਨੂੰ ਤਰਾ ਸਕਦੇ ਨੇ। ਤਰੰਦੜੇ ਵੀ ਆਪ ਨਾਨਕ ਪਿਰਸਿਓ ਰਤਿਆ। ਗੁਰੂ ਅਰਜਨ ਸਾਹਿਬ ਦਾਤਾ ਜੀ ਕਹਿੰਦੇ ਨੇ ਜਿਹੜੇ ਆਪ ਡੁੱਬਦੇ ਹੋਣ ਕਿਸੇ ਨੂੰ ਨਹੀਂ ਤਾਰ ਸਕਦੇ। ਮਾਰਗ ਪੁੱਛਣਾ ਹੈ ਤੇ ਉਹਨਾਂ ਕੋਲ ਪੁੱਛੋ ਵੀ ਜਿਹੜੇ ਮਾਰਗ ਦੇ ਉੱਤੇ ਆਪ ਤੁਰਨ ਦੀ ਜਾਚ ਸਿੱਖੇ ਹੋਣ, ਜਿਹੜੇ ਤਰਨ ਦੀ ਜਾਚ ਜਾਣਦੇ ਨੇ। ਹੁਣ ਲੈ ਜਾਵੇ ਕੋਈ ਪਾਣੀ ਦੇ ਵਿੱਚ ਤੇ ਕਵੇ ਜੀ ਤੂੰ ਕੋਈ ਗੱਲ ਨਹੀਂ, ਚਿੰਤਾ ਨਾ ਕਰ, ਤੇ ਉਹ ਜਦੋਂ ਪਾਣੀ ਦੀ ਅੱਧ ਦੀ ਗਹਿਰਾਈ ਆ ਜਾਵੇ ਤੇ ਉਹ ਵਿਚਾਰਾ ਹੱਥ ਪੈਰ ਮਾਰੇ ਜੀ ਉਸਤਾਦ ਜੀ ਬਚਾਓ, ਉਹ ਕਹਿਣ ਲੱਗੇ ਤਰਨ ਦੀ ਜਾਚ ਤੇ ਮੈਨੂੰ ਵੀ ਨਹੀਂ, ਤੇ ਫਿਰ ਤੇ ਬੰਦੇ ਦਾ ਨੁਕਸਾਨ ਹੀ ਹੋਏਗਾ ਨਾ। ਜਿਹਨੂੰ ਤਰਨ ਦੀ ਖੁਦ ਜਾਚ ਨਹੀਂ ਉਹ ਕਿਸੇ ਨੂੰ ਕੁਝ ਨਹੀਂ ਸਿਖਾ ਸਕਦਾ, ਕਿਸੇ ਨੂੰ ਕੁਝ ਨਹੀਂ ਦੇ ਸਕਦਾ। ਮਹਾਰਾਜ ਕਹਿੰਦੇ ਨੇ ਮੇਰਾ ਗੁਰੂ ਹੈ ਨਾ ਜਿਹੜਾ, ਉਹ ਸੰਸਾਰ ਤੋਂ ਆਪ ਵੀ ਤਰਿਆ ਤੇ ਦੂਜਿਆਂ ਨੂੰ ਵੀ ਤਰਾਉਂਦਾ ਹੈ। ਤੇ ਜੇਕਰ ਸਿੱਖ ਮੰਨੈ ਤਰੈ ਤਾਰੇ ਗੁਰ ਸਿੱਖ, ਅਸੀਂ ਤੇ ਕਈ ਵਾਰੀ ਇਕੱਠੇ ਹੀ ਪਾਠ ਕਰ ਜਾਂਦੇ ਹਾਂ। ਜਿਹੜਾ ਮੰਨ ਲਵੇ ਗੁਰੂ ਦੀ ਸਿੱਖਿਆ ਨੂੰ ਉਹ ਆਪ ਗੁਰੂ ਤਰਿਆ ਹੈ, ਤੇ ਜਿਹੜਾ ਕੋਈ ਗੁਰੂ ਦੀ ਸਿੱਖਿਆ ਉੱਤੇ ਤੁਰ ਪਏਗਾ ਗੁਰੂ ਉਹਨੂੰ ਵੀ ਤਾਰ ਲਏਗਾ। ਜਿਹੜਾ ਮੰਨੇਗਾ ਤਰੈ ਤਾਰੇ, ਪਹਿਲਾਂ ਆਪ ਤਰਿਆ ਹੈ, ਤਾਰੇਗਾ ਵੀ ਤੈਨੂੰ ਗੁਰ ਸਿੱਖ। ਗੁਰੂ ਆਪਣੇ ਸਿੱਖ ਨੂੰ ਤਾਰੇਗਾ ਕਿਉਂਕਿ ਉਹਨੂੰ ਆਪ ਜਾਤ ਉਹ ਆਪ ਤਰਿਆ। ਸੰਸਾਰ ਦੇ ਵਿੱਚ ਸਤਿਗੁਰੂ ਦਾਤਾ ਜੀ ਕਹਿੰਦੇ ਨੇ हे ਗੋਬਿੰਦ हे ਗੋਪਾਲ हे ਦਿਆਲ ਲਾਲ, ਪ੍ਰਾਨ ਨਾਥ ਅਨਾਜ ਸਕੇ ਦੀਨ ਦਰਦ ਨਿਵਾਰ, हे ਸਮਰੱਥ ਆਗਮ ਪੂਰਨ ਮੋਹ ਮਇਆ ਧਾਰ, ਅੰਧ ਕੂ ਮਹਾ ਭਿਆ ਨਾਨਕ ਪਾਰ ਉਤਾਰ। ਹਨੇਰੇ ਦਾ ਖੂਹ ਵੀ ਕਿਹਾ ਇਸ ਨੂੰ ਜਿੰਦੇ ਵਿੱਚ ਅਸੀਂ ਡੁੱਬਦੇ ਆ ਨਾ, ਇਹਨੂੰ ਮਹਾਰਾਜ ਦਾਤੇ ਨੇ ਵਿਕਾਰਾਂ ਦੀਆਂ ਲਹਿਰਾਂ ਅੱਜ ਕਿਹਾ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅਗ, ਪਵੈ ਦੱਜੈ ਨਾਨਕਾ ਤਰੀਐ ਕਰਮੀ ਲਗ। ਹਾਂ ਸਤਿਗੁਰੂ ਦਾਤਾ ਜੀ ਕਹਿੰਦੇ ਨੇ ਮੈਂ ਡੁੱਬ ਕਿਉਂ ਰਿਹਾ ਵਾਂ, ਮੇਰੇ ਅੰਦਰ ਅਹਿੰਸਾ ਹੈ, ਦਇਆ ਵਾਲੀ ਭਾਵਨਾ ਕੋਈ ਨਹੀਂ। ਮੈਂ ਆਪਣੇ ਹਿੱਤ ਵਾਸਤੇ ਜਿਉਂਦਾ ਵਾਂ, ਮੈਨੂੰ ਏਦਾਂ ਨਹੀਂ ਵੀ ਮੈਂ ਕਿਸੇ ਦਾ ਭਲਾ ਕਰ ਸਕਾਂ। ਲੋਭ ਦੀਆਂ ਲਹਿਰਾਂ ਇੰਨੀਆਂ ਪ੍ਰਬਲ ਨੇ, ਮੈਂ ਕਹਿੰਦਾ ਵੇ ਉਹ ਵੀ ਮੈਨੂੰ ਮਿਲ ਜਾਏ, ਆ ਵੀ ਮਿਲ ਜਾਏ, ਆ ਵੀ ਮੇਰਾ ਹੋ ਜਾਏ। ਕਿਸੇ ਦੀ ਜ਼ਮੀਨ ਦੇ ਉੱਤੇ
ਕਿਸੇ ਦੇ ਤਨ ਦੇ ਉੱਤੇ ਮੇਰੀ ਮਾੜੀ ਦ੍ਰਿਸ਼ਟੀ ਹੈ। ਮਹਾਰਾਜ ਕਹਿੰਦੇ ਲੋਭ ਵਾਲੀਆਂ ਲਹਿਰਾਂ ਅੰਦਰ ਉੱਠਦੀਆਂ ਰਹਿੰਦੀਆਂ ਨੇ, ਕਰਾਂ ਕੀ, ਮਾੜੀ ਵਿਕਾਰ ਵਾਲੀ ਬਿਰਤੀ। ਹੁਣ ਕਿਸੇ ਦੇ ਧਨ ਵਾਲੇ ਮਾੜੀ ਬਿਰਤੀ ਹੋਏਗੀ ਤੇ ਉਹਨੂੰ ਹਥਿਆਣ ਦਾ ਬੰਦਾ ਯਤਨ ਕਰੇਗਾ ਤੇ ਫਿਰ ਮਾਫ ਕਰਨਾ, ਭਾਵੇਂ ਉੱਥੇ ਖੂਨ ਦਾ ਰਿਸ਼ਤਾ ਵੀ ਹੋਏ, ਜੇ ਲੋਭ ਦੀਆਂ ਲਹਿਰਾਂ ਉੱਠ ਗਈਆਂ ਤਾਂ ਬੰਦਾ ਉਹ ਯਤਨ ਕਰੇਗਾ ਵੀ ਆ ਮੈਨੂੰ ਪ੍ਰਾਪਤ ਹੋ ਜਾਏ। ਕੋਪ, ਅਤ ਦਾ ਕ੍ਰੋਧ, ਮਹਾਰਾਜ ਕਹਿੰਦੇ ਨੇ ਚਾਰੇ ਨਦੀਆਂ ਦੇ ਵਿੱਚ ਡੁੱਬ ਰਿਹਾ ਬੰਦਾ, ਅੱਗ ਦੀ ਤਰ੍ਹਾਂ ਤੇ ਹੈ ਨੇ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪਾਣੀ ਦੀ ਜਗ੍ਹਾ ਤੇ ਉੱਥੇ ਅੱਗ ਹੈ। ਮਹਾਰਾਜ ਕਹਿੰਦੇ ਨੇ ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪੱਗ ਨਹੀਂ ਚੱਲੈ। ਚਲੋ ਕਈ ਵਿਦਵਾਨਾਂ ਨੇ ਆਪਾਂ ਜਦੋਂ ਅਰਥ ਪੜ੍ਹਦੇ ਆ ਪੰਕਜੋ ਮੋਹ ਪੱਗ ਨਹੀਂ ਚੱਲੈ, ਇਦਾਂ ਵੀ ਕੀਤਾ ਪਾਠ, ਪਰ ਅਧਿਕਤਰ ਜਿਹੜਾ ਪਾਠ ਹੈ ਉਹ ਇਦਾਂ ਹੀ ਹੁੰਦਾ ਹੈ, ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤੈ ਡੂਬੀਏ ਲੈ। ਮਹਾਰਾਜ ਦਾਤਾ ਜੀ ਕਹਿੰਦੇ ਨੇ ਮੈਂ ਦੇਖਿਆ ਹੈ, ਇੱਕ ਤੇ ਹੁੰਦੀ ਸੁਣੀ ਸੁਣਾਈ ਗੱਲ, ਪਰ ਮੈਂ ਡੁੱਬਦੇ ਹੋਏ ਸੰਸਾਰ ਦੇ ਵਿੱਚ ਲੋਕ ਦੇਖੇ ਨੇ। ਹੁਣ ਤਰਨ ਦੀ ਜਾਚ ਗੁਰੂ ਕੋਲ ਆ ਕੇ ਸਿੱਖਣੀ ਹੈ ਆਪਾਂ। ਜੇ ਤੂੰ ਤਾਰੂ ਪਾਣ, ਹੁਣ ਪਾਣ ਸ਼ਬਦ ਕਿਉਂਕਿ ਇਹ ਕਾਵ ਰੂਪ ਹੈ, ਪਰ ਕਾਵ ਰੂਪ ਦੇ ਵਿੱਚ ਮਾਪ ਤੋਲ ਪੂਰਾ ਕੀਤਾ ਜਾਂਦਾ। ਇੱਥੇ ਜਿਹੜੀ ਹੈ ਹੁਣ ਆਪਾਂ ਦਰਸ਼ਨ ਕਰੀਏ ਸ਼ਬਦ ਦੇ, ਸ਼ਲੋਕ ਦੇ, ਤਾਂ ਮਹਾਰਾਜ ਦਾਤੇ ਨੇ ਜਿਹੜਾ ਸ਼ਬਦ ਵਰਤਿਆ ਹੈ ਨਾ, ਗੁਰੂ ਨਾਨਕ ਸਾਹਿਬ ਦਾਤੇ ਨੇ ਸਿਹਾਰੀ ਦੇ ਨਾਲ ਸ਼ਬਦ ਵਰਤਿਆ। ਜਦੋਂ ਕਿ ਪਾਣੀ ਨੂੰ ਜਦੋਂ ਆਪਾਂ ਪੜ੍ਹਨਾ ਹੋਵੇ ਤੇ ਬਿਹਾਰੀ ਲੱਗਦੀ ਹੈ ਪਾਣੀ ਦੀ ਗੱਲ, ਪਰ ਸਤਿਗੁਰੂ ਦਾਤੇ ਨੇ ਮਾਪ ਤੋਲ ਆਪਣੇ ਕਾਵ ਦਾ ਪੂਰਾ ਰੱਖਿਆ ਹੈ। ਹੁਣ ਅਰਥ ਆਪਾਂ ਪਾਣੀ ਹੀ ਕਰਾਂਗੇ। ਜੇ ਤੂੰ ਤਾਰੂ ਪਾਣ, ਜੇ ਤੂੰ ਪਾਣੀ ਦੇ ਵਿੱਚ ਤੈਰਨਾ ਚਾਹੁੰਦਾ ਹੈ ਤੇ ਫਿਰ ਕੀ ਕਰੇਗਾ, ਤਾਹੂ ਪੁੱਛ, ਉਹਨੂੰ ਪੁੱਛੇਗਾ ਨਾ, ਤਿੜਨ ਕੱਲ ਉਹਨੂੰ ਹੀ ਪੁੱਛੇਗਾ ਨਾ, ਜਿਹੜੇ ਸਿਆਣੇ ਨੇ, ਸੂਝਵਾਨ ਨੇ, ਜਿਹੜੇ ਤਰਨ ਦੀ ਜਾਚ ਜਾਣਦੇ ਨੇ। ਫਿਰ ਦੂਜੀ ਗੱਲ ਇਹ ਆ ਵੀ ਤੂੰ ਯਤਨ ਵੀ ਕੁਝ ਕਰੇਗਾ ਨਾ। ਮਹਾਰਾਜ ਗੁਰੂ ਨਾਨਕ ਸਾਹਿਬ ਦਾਤੇ ਨੇ ਉਹਨਾਂ ਸਿੱਧਾਂ ਨੂੰ ਇਹ ਹੀ ਕਿਹਾ ਸੀ ਨਾ, ਬਈ ਭਾਈ ਤੁਸੀਂ ਤੇ ਭਾਜੀ ਗਏ, ਨਾਸੀ ਗਏ, ਜਿਹੜਾ ਪਾਣੀ ਦੇ ਵਿੱਚ ਹੀ ਨਹੀਂ ਵੜੇਗਾ ਉਹਨੂੰ ਤਰਨ ਦੀ ਜਾਚ ਕਿਵੇਂ ਆਏਗੀ। ਮੈਂ ਕਹਾਂ ਜੀ ਮੈਂ ਤੇ ਉਦੋਂ ਤੱਕ ਪਾਣੀ ਦੇ ਵਿੱਚ ਨਹੀਂ ਜਾਵਾਂਗਾ ਜਿੰਨੀ ਦੇਰ ਤੱਕ ਮੈਂ ਤਰਨਾ ਨਹੀਂ ਸਿੱਖ ਲੈਂਦਾ। ਤੇ ਸਿੱਖਣਾ ਕਿੱਥੇ ਆ, ਸਿੱਖਣਾ ਤੇ ਪਾਣੀ ਦੇ ਵਿੱਚ ਹੀ ਜਾ ਕੇ ਆ ਨਾ। ਜੇ ਪਾਣੀ ਦੇ ਵਿੱਚ ਹੀ ਨਾ ਵੜਾਂ ਤਾਂ ਮੈਂ ਕਹਾਂ ਜੀ ਸਿੱਖ ਲਵਾਂ ਫਿਰ ਪਾਣੀ ਵਿੱਚ ਜਾਵਾਂਗਾ, ਇਦਾਂ ਕਦੇ ਨਹੀਂ ਹੋ ਸਕਦਾ। ਪਾਣੀ ਵਿੱਚ ਜਾ ਕੇ ਹੀ ਤਰਨ ਦੀ ਜਾਚ ਸਿੱਖੀ ਜਾ ਸਕਦੀ। ਇੱਕ ਕਹਾਣੀ, ਜਦੋਂ ਤੁਹਾਡੇ ਕੋਲ ਪਹਿਲਾਂ ਸੇਵਾ ਨਿਭਾ ਕੇ ਗਿਆ ਵਾਂ ਤਕਰੀਬਨ 7-8 ਸਾਲ ਪਹਿਲਾਂ, ਤੇ ਉਦੋਂ ਇੱਕ ਕਹਾਣੀ ਮੈਂ ਸੁਣਾਈ ਸੀ, ਮੈਨੂੰ ਯਾਦ ਹੈ। ਉਹ ਅੱਜ ਦੇ ਇਸ ਸ਼ਲੋਕ ਦੇ ਨਾਲ ਢੁਕਵੀਂ ਹੈ ਤੇ ਤੁਹਾਡੇ ਨਾਲ ਉਹ ਸਾਂਝੀ ਕਰਨ ਲੱਗਾ। ਕੋਈ ਸ਼ਾਹੂਕਾਰ ਸੀ, ਵਪਾਰੀ ਸੀ ਚੰਗਾ, ਬੇੜੇ ਚੱਲਦੇ ਸਨ ਉਹਦੇ, ਤਾਂ ਮਲਾਹ ਦੇ ਕੋਲ ਪੁੱਛਣ ਲੱਗਾ ਵੀ ਸੱਜਣਾ ਤਰਨ ਦੀ ਜਾਚ ਤੈਨੂੰ ਹੈ ਤੇ ਮੈਨੂੰ ਸਿਖਾ ਦੇਂਗਾ, ਮੈਂ ਵੀ ਤਰਨਾ ਚਾਹੁੰਦਾ ਵਾਂ। ਬਈ ਕਿਉਂ ਹੀ ਪਤਾ ਨਹੀਂ ਲੱਗਦਾ, ਬੇੜੇ ਦੇ ਵਿੱਚ ਆਪਾਂ ਬੈਠੇ ਆ, ਕੱਲ ਨੂੰ ਕੋਈ ਐਸੀ ਸਮੱਸਿਆ ਆ ਗਈ, ਦਿੱਕਤ ਆ ਗਈ ਵੀ ਬੇੜਾ ਡੁੱਬਣ ਲੱਗੇ ਤੇ ਫਿਰ ਕੀ ਕਰਾਂਗੇ। ਕਹਿਣ ਲੱਗਾ ਜੀ ਗੱਲ ਤੇ ਤੁਹਾਡੀ ਠੀਕ ਹੈ। ਮਲਾਹ ਕਹਿਣ ਲੱਗਾ ਤੇ ਫਿਰ ਤੁਹਾਨੂੰ ਸਿਖਾ ਦਿੰਦੇ ਆ ਸੇਠ ਜੀ, ਇਹਦੇ 'ਚ ਵੱਡੀ ਗੱਲ ਨਹੀਂ। ਕਹਿਣ ਲੱਗਾ ਜੀ ਕਿੰਨਾ ਸਮਾਂ ਲੱਗੇਗਾ। ਕਹਿੰਦਾ ਜੀ ਘੱਟੋ ਘੱਟ 10-15 ਦਿਨ ਤੇ ਚਾਹੀਦੇ ਨੇ ਨਾ, ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਤੇ ਉਹਦੇ ਵਿੱਚ ਚੰਗੀ ਮੁਹਾਰਤ ਹਾਸਲ ਕਰਨ ਵਾਸਤੇ ਇੰਨਾ ਸਮਾਂ ਤੇ ਚਾਹੀਦਾ। ਕਹਿਣ ਲੱਗਾ ਜੀ ਇੰਨਾ ਸਮਾਂ ਕਿਹਦੇ ਕੋਲ ਹੈ, ਇੰਨੇ ਸਮੇਂ 'ਚ ਤਾਂ ਮੈਂ ਗੇੜਾ ਲਾ ਦਿਆਂਗਾ, 4 ਟਕੇ 4 ਪੈਸੇ ਕਮਾ ਦਿਆਂਗਾ, 4 ਪੈਸੇ ਆ ਜਾਣਗੇ। ਕਹਿਣ ਲੱਗਾ ਜੀ ਸੇਠ ਜੀ ਫਿਰ ਤੇ ਕੁਝ ਨਹੀਂ ਕੀਤਾ ਜਾ ਸਕਦਾ, ਤੁਸੀਂ ਸਮਾਂ ਕੱਢਣ ਵਾਸਤੇ ਤਿਆਰ ਨਹੀਂ ਤੇ ਮੈਂ ਤੁਹਾਨੂੰ ਸਿਖਾ ਕਿਵੇਂ ਸਕਦਾ ਵਾਂ। ਸਮਾਂ ਕੱਢੋਗੇ ਤਾਂ ਹੀ ਤੇ ਕੁਝ ਸਿਖਾਇਆ ਜਾ ਸਕਦਾ ਹੈ। ਕਹਿਣ ਲੱਗਾ ਜੀ ਹੋਰ ਕੋਈ ਤਰੀਕਾ ਨਹੀਂ ਬਈ ਜੇ ਪਾਣੀ ਤੋਂ ਆਪਾਂ ਪਾਰ ਹੋ ਜਾਈਏ। ਕਹਿਣ ਲੱਗੇ ਤਰੀਕਾ ਹੀ ਤੇ ਹੈ, ਜਿਸ ਬੇੜੇ ਵਿੱਚ ਆਪਾਂ ਬੈਠੇ ਆ ਪਾਣੀ ਤੋਂ ਪਾਰ ਹੀ ਤੇ ਕਰਨ ਵਾਲਾ ਨਹੀਂ ਜੀ। ਜੇ ਫਿਰ ਡੁੱਬਦੇ ਹੋਈਏ, ਕੋਈ ਅਚਾਨਕ ਇਹ ਜੀ ਸਥਿਤੀ ਬਣ ਜਾਏ ਤੇ ਫਿਰ ਉਦੋਂ ਕੀ ਕਰਾਂਗੇ। ਕਹਿਣ ਲੱਗੇ ਜੀ ਫਿਰ ਹੈ ਨੇ, ਜਿਵੇਂ ਆਪਾਂ ਅੱਜ ਦੇਖਦੇ ਆ, ਇਦਾਂ ਘੜੇ ਹੁੰਦੇ ਸਨ ਪਹਿਲਾਂ, ਵੀ ਘੜੇ ਨੂੰ ਫੜ ਕੇ ਬੰਦਾ ਘੜੇ ਦੇ ਵਿੱਚ ਪਾਣੀ ਨਾ ਜਾਏ ਤੇ ਫਿਰ ਆਪਾਂ ਤਰ ਸਕਦੇ ਆ। ਇਹ ਤਰੀਕਾ ਹੀ ਹੈ ਨਾ।
ਤਾਂ ਘੜੇ ਅਕਸਰ ਬੇੜਿਆਂ ਦੇ ਵਿੱਚ, ਵੱਡੇ ਵੱਡੇ ਬੇੜਿਆਂ ਦੇ ਵਿੱਚ ਮਲਾਹ ਰੋਗ ਰੱਖਦੇ ਸਨ ਵੀ ਸਮੇਂ ਦਾ ਕੋਈ ਪਤਾ ਨਹੀਂ। ਹਰ ਇੱਕ ਬੇੜੇ ਦੇ ਵਿੱਚ ਬੈਠੇ ਹੋਏ ਬੰਦੇ ਨੂੰ ਤੇ ਨਹੀਂ ਤਰਨ ਦੀ ਜਾਚ। ਤਾਂ ਫਿਰ ਇੱਕੋ ਇੱਕ ਤਰੀਕਾ ਹੈ ਵੀ ਜੇ ਤਰਨ ਦੀ ਜਾਚ ਨਹੀਂ, ਜਿਹਨੂੰ ਤਰਨ ਦੀ ਜਾਚ ਉਹ ਤੇ ਤੈਰ ਕੇ ਨਿਕਲ ਗਿਆ, ਤੇ ਜਿਹਨੂੰ ਤੈਰਨ ਦੀ ਜਾਚ ਨਹੀਂ ਉਹ ਫਿਰ ਘੜੇ ਦਾ ਆਸਰਾ ਲੈ ਕੇ ਪਾਣੀ ਤੋਂ, ਉਸ ਸਾਗਰ ਤੋਂ, ਉਸ ਨਦੀ ਤੋਂ ਪਾਰ ਹੋ ਸਕਦਾ, ਦਰਿਆ ਤੋਂ ਪਾਰ ਜਾ ਸਕਦਾ। ਕਹਿਣ ਲੱਗੇ ਜੀ ਫਿਰ ਤੇ ਸੌਖਾ ਹੀ ਤਰੀਕਾ ਹੈ, ਫਿਰ ਆਪਾਂ ਨੂੰ ਸਮਾਂ ਵੀ ਨਹੀਂ ਜ਼ਿਆਦਾ ਲਾਉਣ ਦੀ ਲੋੜ, ਤਾਂ ਘੜਿਆਂ ਦੇ ਨਾਲ ਤੇ ਆਪਾਂ ਫਿਰ ਤੈਰ ਸਕਦੇ ਹਾਂ। ਕਰਤਾਰ ਦੀ ਖੇਡ ਐਸੀ ਵਾਪਰੀ, ਇੱਕ ਦਿਨ ਸੱਚਮੁੱਚ ਹੀ ਝੱਖੜ ਝੁੱਲ ਗਏ, ਬੜਾ ਜ਼ੋਰ ਦਾ ਤੂਫਾਨ ਆ ਗਿਆ। ਘੁੰਮਣ ਘੇਰੀ ਦੇ ਵਿੱਚ ਉਹ ਫਸਣ ਲੱਗਾ ਜਦੋਂ ਜਹਾਜ਼, ਤਾਂ ਮਲਾਹ ਨੇ ਕਿਹਾ ਜੀ ਚੰਗਾ ਜੀ ਸੇਠ ਜੀ ਆਪਾਂ ਹੁਣ ਜਾ ਰਹੇ ਹਾਂ, ਕਿਉਂਕਿ ਹੁਣ ਇਹਦੇ ਵਿੱਚੋਂ ਨਿਕਲਣਾ ਬੜਾ ਔਖਾ ਹੈ। ਆਪਾਂ ਤੇ ਉਹਨੇ ਮਾਰੀ ਛਾਲ ਤੇ ਜਾਣ ਲੱਗਿਆ ਇੱਕ ਗੱਲ ਕਹਿ ਦਿੱਤੀ ਵੀ ਸੇਠ ਜੀ ਹੁਣ ਤੁਸੀਂ ਆਪਣਾ ਬਚਾਅ ਕਰ ਲਓ। ਉਹਨੂੰ ਚੇਤੇ ਆ ਗਿਆ ਵੀ ਕਿਸੇ ਵਕਤ ਮੈਂ ਸਵਾਲ ਕੀਤਾ ਸੀ ਨਾ, ਪੁੱਛਿਆ ਸੀ ਨਾ ਇਹਨਾਂ ਕੋਲ, ਤੇ ਇਹਨਾਂ ਨੇ ਮੈਨੂੰ ਇਹ ਗੱਲ ਦੱਸੀ ਸੀ ਵੀ ਜੇਕਰ ਪਾਣੀ ਦੇ ਵਿੱਚ ਬੰਦਾ ਡੁੱਬਦਾ ਹੋਵੇ, ਜਿਹਨੂੰ ਤਰਨ ਦੀ ਜਾਚ ਨਹੀਂ, ਤੈਰਨਾ ਨਹੀਂ ਉਸ ਨੂੰ ਆਉਂਦਾ, ਤੇ ਫਿਰ ਇੱਕ ਕਾਜ ਕਰੇ, ਜਿਹੜੇ ਘੜੇ ਪਏ ਨੇ ਇਹਨਾਂ ਨੂੰ ਫੜ ਕੇ ਇਹਦੇ ਵਿੱਚ ਪਾਣੀ ਨਾ ਜਾਣ ਦੇ ਤੇ ਉਹ ਦਰਿਆ ਤੋਂ ਪਾਰ ਹੋ ਸਕਦਾ। ਕਹਿੰਦਾ ਜੀ ਜੇਕਰ ਘੜੇ ਨਾਲ ਪਾਰ ਹੋਇਆ ਜਾਂਦਾ ਹੈ ਤੇ ਘੜਾ ਤੇ ਇੱਕ ਮੋਹਰਾਂ ਨਾਲ ਭਰਿਆ ਵੀ ਪਿਆ ਹੈ, ਤੇ ਆਪਾਂ ਕਿਉਂ ਨਾ ਉਹ ਘੜਾ ਮੋਹਰਾਂ ਨਾਲ ਭਰਿਆ ਹੋਇਆ ਜਿਹੜਾ ਹੈ ਉਹਨੂੰ ਲੈ ਕੇ ਛਾਲ ਮਾਰ ਜਾਈਏ, ਪਾਰ ਹੋ ਜਾਾਂਗੇ। ਹੁਣ ਦੇਖੋ ਸਾਧ ਸੰਗਤ ਜੀ, ਖਾਲੀ ਘੜਾ ਹੋਵੇ ਤੇ ਤੈਰਿਆ ਜਾ ਸਕਦਾ ਹੈ, ਤਰ ਕੇ ਬੰਦਾ ਪਾਰ ਹੋ ਸਕਦਾ ਹੈ। ਉਹ ਜਿਹੜਾ ਮੋਹਰਾਂ ਨਾਲ ਪਹਿਲਾਂ ਹੀ ਭਰਿਆ ਉਹਨੇ ਕੀ ਤਾਰਨਾ ਹੈ? ਮੋਹਰਾਂ ਨਾਲ ਭਰੇ ਹੋਏ ਘੜੇ ਨੂੰ ਲੈ ਕੇ ਛਾਲ ਮਾਰ ਦਿੱਤੀ, ਫਿਰ ਅੱਗੇ ਕੀ ਕੁਝ ਹੋਇਆ ਤੁਸੀਂ ਜਾਣਦੇ ਹੀ ਹੋ। ਡੁੱਬਣ ਲੱਗਾ ਸੇਠ ਤੇ ਦੁਨੀਆ ਨੂੰ ਪੁਕਾਰ ਕੇ ਕਹਿੰਦਾ, ਦੁਨੀਆ ਦੇ ਲੋਕੋ, ਜੇਕਰ ਘੜੇ ਭਰੇ ਹੋਏ ਤੇ ਉਹ ਪਾਰ ਨਹੀਂ ਕਰ ਸਕਦੇ, ਉਹ ਡੁੱਬਣਗੇ। ਜੇ ਘੜਾ ਖਾਲੀ ਹੋਇਆ ਤਾਂ ਹੀ ਪਾਰ ਹੋਇਆ ਜਾ ਸਕਦਾ ਹੈ। ਪਹਿਲਾਂ ਆਪਣੀ ਮਤ ਦਾ ਘੜਾ ਖਾਲੀ ਕਰ ਹੀ ਲਈਏ। ਜੇ ਮਤ ਦੇ ਵਿੱਚ ਵਿਕਾਰਾਂ ਦੀ ਗੰਦਗੀ ਭਰੀ ਪਈ ਹੈ ਜਾਂ ਹੋਰ ਮਹਾਰਾਜ ਦਾਤਾ ਜੀ ਕਹਿੰਦੇ ਨੇ ਇਸ ਮਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਬਾਤਾਂ ਭਰੀਆਂ ਹੋਈਆਂ ਨੇ, ਤੇ ਅਸੀਂ ਕਹੀਏ ਵੀ ਇਦਾਂ ਦੀ ਮਤ ਦੇ ਨਾਲ ਹੀ ਪਾਰ ਹੋ ਜਾਵਾਂਗੇ, ਮਹਾਰਾਜ ਕਹਿੰਦੇ ਨਹੀਂ ਭਾਈ, ਫਿਰ ਕਰਨਾ ਕੀ ਪਏਗਾ? ਜੇ ਆਪਾਂ ਪਾਰ ਹੋਣਾ ਚਾਹੁੰਦੇ ਆ, ਤਰੀਕਾ ਕੀ ਹੈ? ਤਾਂ ਗੁਰੂ ਗਰੀਬ ਨਿਵਾਜ ਦਾਤਾ ਜੀ ਕਹਿੰਦੇ ਨੇ ਉਹਨਾਂ ਨੂੰ ਪੁੱਛ ਜਿਹੜੇ ਮਾਰਗ ਤੇ ਤੁਰੇ ਨੇ, ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆਂ। ਪੁੱਛਾਂਗੇ ਨਾ ਆਪਾਂ ਉਹਨਾਂ ਨੂੰ ਜਿਹੜੇ ਇਸ ਮਾਰਗ ਦੇ ਉੱਤੇ ਤੁਰੇ ਨੇ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਸੰਤ ਕੀ ਗੈਲ ਨਾ ਛੋਡੀ ਹੈ, ਮਾਰਗ ਲਾਗਾ ਜਾਓ, ਪੇਖਤ ਹੀ ਪੁਨੀਤ ਹੋਏ ਭੇਟਤ ਜਪੀਐ ਨਾਉ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਗੈਲ ਨਾ ਛੱਡੀ। ਗੈਲ ਦਾ ਅਰਥ ਵਿਦਵਾਨਾਂ ਨੇ ਰਸਤਾ ਕਿਹਾ ਹੈ, ਜਾਂ ਆਪਾਂ ਕਹਿ ਲਈ ਵੀ ਉਹਨਾਂ ਦਾ ਪੱਲਾ ਨਾ ਛੱਡੀ, ਉਹਨਾਂ ਦੀ ਗੈਲ ਨਾ ਛੱਡੀ, ਉਹਨਾਂ ਦਾ ਸਹਾਰਾ ਨਾ ਛੱਡੀ। ਪਰ ਸੰਤ ਵੀ ਕਿਹੜੇ ਚਾਹੀਦੇ ਨੇ? ਹੁਣ ਸੰਤ ਤੇ ਐਸੇ ਨੇ ਵੀ ਜਿਨ੍ਹਾਂ ਨੂੰ ਲੋਕ ਪੂਰਨ ਸੰਤ ਕਹਿੰਦੇ ਸਨ, ਪੂਰਨ ਬ੍ਰਹਮ ਗਿਆਨੀ ਕਹਿੰਦੇ ਸਨ। ਮਾਫ ਕਰਨਾ, ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ, ਵੀ ਉਹ ਤੇ ਆਪ ਵਿਚਾਰੇ ਲਹਿਰਾਂ ਦੇ ਵਿੱਚ ਗੋਤੇ ਖਾ ਰਹੇ ਸਨ। ਜਦੋਂ ਉਹਨਾਂ ਦਾ ਪਰਦਾ ਫਾਸ਼ ਹੋਇਆ ਤੇ ਜੱਜ ਦੀ ਕਲਮ ਰੁਕੀ ਨਹੀਂ। ਚੰਗਾ ਇਮਾਨਦਾਰ ਸੀ ਉਹ, ਜਿਹਨੇ ਫੈਸਲਾ ਦੇ ਦਿੱਤਾ ਜੀ ਚਲੋ ਡੱਕੋ ਇਹਨੂੰ ਜੇਲ੍ਹ ਦੇ ਵਿੱਚ। ਦੇਖਿਆ ਨਾ ਤੁਸੀਂ, ਸਭ ਕੁਝ ਤੁਹਾਡੇ ਸਾਹਮਣੇ ਹੀ ਹੈ। ਜਿਹਨੂੰ ਕਹਿੰਦੇ ਸਨ ਸੱਚਾ ਸੌਦਾ, ਦੁਨੀਆ ਦੇ ਸਾਹਮਣੇ ਆ ਗਿਆ ਨਾ ਵੀ ਇਹ ਤੇ ਝੂਠ ਦੀ ਦੁਕਾਨ ਹੈ। ਤਾਂ ਮੇਰਾ ਕਹਿਣ ਤੋਂ ਮੁਰਾਦ ਕੀ? ਮੇਰਾ ਕਹਿਣ ਤੋਂ ਕੇਵਲ ਮਤਲਬ ਇੰਨਾ ਕੋਈ ਹੈ, ਜੇ ਆਪਾਂ ਇਸ ਗੱਲ ਨੂੰ ਧਿਆਨ ਨਾਲ ਸਮਝੀਏ ਵੀ ਜਿਹੜੇ ਵਿਚਾਰੇ ਆਪ ਡੁੱਬੇ ਨੇ ਉਹ ਕਿਸੇ ਨੂੰ ਨਹੀਂ ਤਾਰ ਸਕਦੇ। ਜਿਹੜੇ ਆਪ ਹੀ ਵਿਕਾਰਾਂ ਦੇ ਵਿੱਚ ਅਜੇ ਗਲਤਾਨ ਨੇ, ਚਿੱਕੜ ਦੇ ਵਿੱਚ ਆਪ ਪੈਰ, ਜੇ ਆਪਾਂ ਕਿਸੇ ਨੂੰ ਚਿੱਕੜ ਚੋਂ ਬਾਹਰ ਕੱਢਣਾ ਹੈ ਤੇ ਪਹਿਲਾਂ ਪੈਰ ਆਪ ਤੇ ਸੁੱਕੇ ਦੇ ਵਿੱਚ ਹੋਣ ਨਾ। ਜੇਕਰ ਕਿਸੇ ਨੂੰ ਚਿੱਕੜ ਚੋਂ ਬਾਹਰ ਕੱਢਣ ਲੱਗੇ ਆਪਾਂ ਕਹੀਏ ਵੀ ਚਿੱਕੜ ਦੇ ਵਿੱਚ ਵੜ ਕੇ ਇਹਨੂੰ ਬਾਹਰ ਕੱਢ ਦਿਓ, ਉੱਥੇ ਤੇ ਅਸੀਂ ਵੀ ਆਪ ਡਿੱਗਾਂਗੇ। ਚਿੱਕੜ ਦੇ ਵਿੱਚ ਖੜਿਆ ਹੋਇਆ ਬੰਦਾ ਕਿਸੇ ਨੂੰ ਚਿੱਕੜ ਤੋਂ ਬਾਹਰ ਨਹੀਂ ਕੱਢ ਸਕਦਾ। ਮਹਾਰਾਜ ਕਹਿੰਦੇ ਨੇ ਦਲਦਲ ਦੇ ਵਿੱਚ ਤੇ ਤੂੰ ਆਪ ਫਸਿਆ। ਜੇ ਦਲਦਲ ਦੇ ਵਿੱਚ ਕੋਈ ਫਸ ਗਿਆ ਤੇ ਕੀ ਤਰੀਕਾ ਹੈ? ਬੰਦੇ ਨੇ ਜਿਹਨੇ ਕੱਢਣਾ ਹੈ ਉਹਦੇ ਪੈਰ ਉਸ ਦਲਦਲ ਤੋਂ ਬਾਹਰ ਹੋਣ। ਜੇ ਉਹਨੇ ਰੱਸੇ ਆਦਿ ਨਾਲ ਵੀ ਖਿੱਚ ਕੇ ਕੱਢਣਾ ਹੈ ਨਾ ਤੇ ਰੱਸਾ ਸੱਟੇ ਅੰਦਰ, ਪਰ ਆਪਣੇ ਪੈਰ ਬਾਹਰ ਰੱਖੇ। ਜੇ ਉਹ ਦਲਦਲ ਦੇ ਵਿੱਚ ਆਪ ਚਲੇ ਗਿਆ ਤੇ ਫਿਰ ਆਪ ਵੀ ਡੁੱਬੇਗਾ। ਜਿਹਨੇ ਵਿਚਾਰੇ ਨੇ ਸਹਾਇਤਾ ਵਾਸਤੇ ਮੰਗ ਕੀਤੀ ਉਹਨੇ ਤੇ ਡੁੱਬਣਾ ਹੀ ਡੁੱਬਣਾ। ਗੁਰੂ ਮਹਾਰਾਜ ਦਾਤਾ ਜੀ ਕਹਿੰਦੇ ਨੇ ਭਾਈ
ਉਹ ਤਾਰ ਸਕਦੇ ਨੇ ਜਿਹੜੇ ਇਸ ਮਾਰਗ ਦੇ ਪਹਿਲਾਂ ਆਪ ਪਾਂਧੀ ਬਣੇ ਨੇ, ਜਿਨ੍ਹਾਂ ਨੂੰ ਤਰਨ ਦਾ ਤਰੀਕਾ ਹੈ, ਜਿਨ੍ਹਾਂ ਨੂੰ ਤਰਨ ਦੀ ਜਾਚ ਹੈ। ਇਸ ਲਈ ਕਹਿੰਦੇ ਨੇ ਕਬੀਰ ਸੰਤ ਕੀ ਗੈਲ ਨਾ ਛੋਡੀ ਹੈ। ਸੰਤ ਗੁਰੂ ਦੀ ਗੈਲ, ਗੁਰਮੁਖਾਂ ਦੀ ਗੈਲ, ਉਹ ਰਸਤਾ ਨਾ ਛੱਡ। ਰਸਤਾ ਤੇ ਸਾਨੂੰ ਗੁਰੂ ਨੇ ਦੱਸ ਦਿੱਤਾ ਹੈ, ਹੁਣ ਮਾਰਗ ਦੇ ਉੱਤੇ ਤੁਰਨਾ ਤੇ ਸਾਡਾ ਕਾਜ ਹੈ ਨਾ। ਪੁਛਤ ਪਥਕ ਤੇ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈ। ਗੱਲਾਂ ਨਾਲ ਥੋੜੀ ਪਹੁੰਚਿਆ ਜਾਂਦਾ ਹੈ। ਗੱਲੀ ਹਉ ਸੁਹਾਗਣ ਭੈਣੇ ਕੰਤ ਨਾ ਕਬਹੂ ਮੈਂ ਮਿਲਿਆ, ਗੱਲਾਂ ਨਾਲ ਨਹੀਂ। ਗਾਲੀ ਨੀ ਨਾ ਹੋਏ, ਮਹਾਰਾਜ ਦਾਤਾ ਜੀ ਕਹਿੰਦੇ ਗੱਲਾਂ ਦੇ ਨਾਲ ਨਹੀਂ ਖੇਡ ਬਣਦੀ, ਪਹਿਲਾਂ ਤੁਰਨਾ ਪਏਗਾ ਉਸ ਮਾਰਗ ਦੇ ਉੱਤੇ ਜਿਹੜਾ ਸੰਤ ਗੁਰੂ ਨੇ ਮਾਰਗ ਦੱਸਿਆ ਹੈ। ਫਿਰ ਦਾਤਾ ਜੀ ਕਹਿੰਦੇ ਨੇ ਜਦੋਂ ਕੋਈ ਮਾਰਗ ਦੇ ਉੱਤੇ ਤੁਰਦਾ, ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਓ। ਇੱਕ ਉਹ ਵੀ ਸਨ ਨਾ ਜਿਹੜੇ ਵਿਚਾਰੇ, ਬਾਬਾ ਜੀ ਨੇ ਕਿਹਾ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੂਬੇ ਚੌ ਬੇਦ ਮੈਂ ਚੇਲੇ ਦੀਏ ਬਹਾਏ। ਦਾਤਾ ਜੀ ਕਹਿੰਦੇ ਨੇ ਉਹ ਵੀ ਲੋਕ ਸਨ ਜਿਹੜੇ ਆਪਣੇ ਆਪ ਨੂੰ ਸੰਤ ਕਹਿੰਦੇ ਸਨ, ਜਿਹੜੇ ਕਹਿੰਦੇ ਸਨ ਅਸੀਂ ਰੱਬ ਦੇ ਨਾਲ ਮਿਲੇ ਹੋਏ ਹਾਂ, ਕਬੂ ਨਾ ਪਾਰ ਉਤਾਰ ਚੜਾਇਓ। ਬਈ ਤੁਸੀਂ ਤੇ ਸਾਨੂੰ ਕਦੇ ਵੀ ਪਾਰ ਨਹੀਂ ਕੀਤਾ। ਕਮਾਲ ਹੈ ਤੁਹਾਡੀ ਬ੍ਰਾਹਮਣ ਜੀ, ਵੀ ਅਸੀਂ ਤੁਹਾਡੇ ਪਿੱਛੇ ਲੱਗੇ, ਤੁਸੀਂ ਤੇ ਆਪ ਡੁੱਬ ਰਹੇ ਹੋ। ਭਗਤ ਜੀ ਕਹਿੰਦੇ ਨੇ ਮਾਏ ਮੁੰਡੋ ਤੇ ਗੁਰੂ ਕੀ, ਕਹਿਣ ਤੋਂ ਮੁਰਾਦ ਕੀ ਹੈ? ਕਹਿਣ ਤੋਂ ਮੁਰਾਦ ਇਹ ਹੈ ਬਈ ਜਿਹੜੇ ਆਪ ਕੱਚੇ ਨੇ ਉਹਨਾਂ ਨੇ ਨਹੀਂ ਤਾਰਨਾ। ਉਹ ਸੱਜਣ ਲੱਭ, ਉਹ ਗੁਰਮੁਖ ਲੱਭ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਨ। ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸ, ਆ ਨਾਲ ਖੜੇ ਹੋਵੋ। ਅਰ ਸਤਿਗੁਰੂ ਦਾਤਾ ਜੀ ਕਹਿੰਦੇ ਨੇ ਫਿਰ ਉਹਨਾਂ ਕੋਲ ਜਿਸ ਦਿਨ ਮਾਰਗ ਪੁੱਛੇਗਾ, ਫਿਰ ਉਹ ਤੈਨੂੰ ਮਾਰਗ ਦੱਸਣਗੇ। ਜਿਸ ਦਿਨ ਤੂੰ ਇਸ ਮਾਰਗ ਦਾ ਰਾਹੀ ਬਣ ਗਿਆ, ਤੈਨੂੰ ਮੰਜ਼ਿਲ ਮਿਲ ਜਾਏਗੀ। ਆਓ ਬਾਣੀ ਦੇ ਵਿੱਚੋਂ ਆਪਾਂ ਦੀਦਾਰ ਕਰੀਏ। ਅੱਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾਤਾ ਜੀ ਕਿਰਪਾ ਕਰ ਰਹੇ ਨੇ। ਪਾਤਸ਼ਾਹ ਜੀ ਕਹਿੰਦੇ ਨੇ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿੜਨ ਕਲ। ਹੁਣ ਉਹਨਾਂ ਨੂੰ ਪੁੱਛ ਜਿਹੜੇ ਤਰ ਗਏ, ਉਹਨਾਂ ਨੂੰ ਨਾ ਪੁੱਛ ਜਿਹੜੇ ਡੁੱਬ ਰਹੇ ਨੇ। ਉਹ ਸੰਤ ਲੱਭਣ ਦੀ ਸਾਨੂੰ ਮਾਫ ਕਰਨਾ ਬਹੁਤੀ ਲੋੜ ਕੋਈ ਨਹੀਂ। ਠੀਕ ਹੈ, ਗੁਰਮੁਖਾਂ ਦਾ ਸਤਿਕਾਰ ਕਰਨਾ, ਪਰ ਉਹ ਮਹਾਂਪੁਰਖ ਤੇ ਸਤਿਗੁਰੂ ਦਾਤੇ ਨੇ ਬਾਣੀ ਦੇ ਵਿੱਚ ਬਿਠਾ ਦਿੱਤੇ। ਬਹਿ ਤੇ ਸਹੀ ਤੂੰ ਭਗਤ ਨਾਮਦੇਵ ਕੋਲ, ਪੁੱਛ ਤੇ ਸਹੀ ਭਗਤ ਜੀ ਤੁਸੀਂ ਤਰਿਓ, ਸਾਨੂੰ ਵੀ ਤਰਨ ਦਾ ਤਰੀਕਾ ਦੱਸ ਦਿਓ। ਪੁੱਛ ਤੇ ਸਹੀ ਕਦੇ ਬੈਠ ਕੇ ਆਪਣੇ ਗੁਰੂ ਦੇ ਕੋਲ, ਵੀ ਮਹਾਰਾਜ ਤੁਸੀਂ ਕਿਰਪਾ ਕਰੋ, ਅਸੀਂ ਡੁੱਬ ਰਹੇ ਹਾਂ, ਹਮ ਡੋਲਤ ਬੇੜੀ ਪਾਪ ਭਰੀ, ਪਵਨ ਲੱਗਾ ਮਤ ਜਾਈ। ਮਹਾਰਾਜ ਦਾਤਾ ਜੀ ਅਸੀਂ ਤੇ ਡੁੱਬਦੇ ਪਏ ਆ। ਤਾਂ ਗੁਰੂ ਕਹਿਣ ਲੱਗੇ ਤੈਨੂੰ ਡੁੱਬਣ ਤੋਂ ਬਚਾ ਲਵਾਂਗੇ, ਚਿੰਤਾ ਨਾ ਕਰ, ਕਾਜ ਕੀ ਤੈਨੂੰ ਕਰਨਾ ਪੈਗਾ, ਚਰਨਾਂ ਦੇ ਨਾਲ ਜੁੜ ਜਾ। ਚੰਗੇ ਕਰਮ ਤੇਰੀ ਜ਼ਿੰਦਗੀ ਦੇ ਵਿੱਚ ਆ ਜਾਣ। ਹੁਣ ਸਰੀਰ ਦੇ ਅੰਗ ਉਹੀ ਹੋਣਗੇ, ਗੁਰੂ ਉਹਨਾਂ ਨੂੰ ਮਾਰਗ ਦੇ ਉੱਤੇ ਪਾ ਦੇਗਾ। ਅੱਖਾਂ ਨੂੰ ਵੇਖਣ ਦੀ ਜਾਚ ਆ ਜਾਏਗੀ, ਇਹਨਾਂ ਕੰਨਾਂ ਨੂੰ ਸੁਣਨ ਦੀ ਜਾਚ ਆ ਜਾਏਗੀ, ਜ਼ੁਬਾਨ ਨੂੰ ਬੋਲਣ ਦੀ ਜਾਚ ਆ ਜਾਏਗੀ। ਮਾਰਗ ਦੇ ਉੱਤੇ ਪੈਰ ਚੱਲਣਗੇ, ਪਰ ਧਰਮ ਦੇ ਰਸਤੇ ਉੱਤੇ ਤੁਰਨਗੇ। ਉਹ ਸ਼ਾਮਾਂ ਵੇਲੇ ਸੋਦਰ ਦਾ ਉਧਰੋਂ ਪਾਠ ਹੋਵੇ ਤੇ ਉਹ ਠੇਕੇ ਵੱਲ ਨੂੰ ਨਹੀਂ ਤੁਰਨਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਕਦਮ ਹੁਣ ਇਹ ਭਾਵੇਂ ਸਰੀਰ, ਇਹ ਤਨ ਪਰਮਾਤਮਾ ਨੇ ਮੈਨੂੰ ਦਿੱਤਾ, ਪਰ ਹੁਣ ਇਹ ਤਨ ਤੇ ਮਨ ਗੁਰੂ ਦੇ ਹਵਾਲੇ ਕਰ ਦਿੱਤਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਹੁਣ ਉਸ ਹੁਕਮ ਦੇ ਉੱਤੇ ਤੁਰ ਪਏ। ਜਿਸ ਦਿਨ ਮਹਾਰਾਜ ਕਹਿੰਦੇ ਨੇ ਗੁਰੂ ਤੈਨੂੰ ਜਾ ਸਿਖਾਣਗੇ, ਫਿਰ ਤੂੰ ਡੁੱਬੇਗਾ ਨਹੀਂ। ਤਾਹੂ ਪੁੱਛ ਤਿੜਨ ਕਲ, ਪੁੱਛ ਬਈਏ ਤੇ ਸਹੀ ਆਪਾਂ ਗੁਰੂ ਦੇ ਕੋਲ, ਕਦੇ ਪੁੱਛੀਏ ਤੇ ਸਹੀ ਮਾਰਗ ਉਹਨਾਂ ਮਹਾਂਪੁਰਖਾਂ ਦੇ ਕੋਲ ਜਿਨ੍ਹਾਂ 35 ਮਹਾਂਪੁਰਖਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਪੁੱਛੀਏ ਤੇ ਸਹੀ ਉਹਨਾਂ ਨੂੰ ਵੀ ਮਹਾਰਾਜ ਦੱਸੋ, ਕਿਰਪਾ ਕਰੋ, ਮਾਰਗ ਦੇ ਉੱਤੇ ਸਾਨੂੰ ਪਾਵੋ, ਤੇ ਫਿਰ ਉਹ ਰਸਤਾ ਦੱਸਣਗੇ। ਅੱਜ ਸਤਿਗੁਰੂ ਦਾਤਾ ਜੀ ਕਹਿੰਦੇ ਨੇ ਤਾਹੂ ਖਰੇ ਸੁਜਾਨ ਮਈਆਂ ਏਨੀ ਕਪਰੀ। ਮਹਾਰਾਜ ਕਹਿੰਦੇ ਨੇ ਤਾਹੂ ਉਹੀ ਖਰੇ ਸੁਜਾਨ ਨੇ ਜਿਹੜੇ ਸੂਝਵਾਨ ਨੇ। ਨਹੀਂ ਤੇ ਇਹ ਲਹਿਰਾਂ ਦੇ ਵਿੱਚ ਬੰਦਾ, ਕਪਰੀ ਦਾ ਅਰਥ ਕੱਪੜੇ ਨਾ ਕਰ ਲੈਣਾ ਵੀ, ਕਿਉਂਕਿ ਧਿਆਨ ਸਾਡਾ ਜਦੋਂ ਇਹ ਸ਼ਬਦ ਪੜ੍ਹਦੇ ਆ ਤੇ ਅਸੀਂ ਸੋਚਦੇ ਹਾਂ ਵੀ ਸ਼ਾਇਦ ਕੱਪੜਿਆਂ ਦੀ ਗੱਲ ਹੋ ਰਹੀ। ਕੱਪੜਿਆਂ ਦੀ ਗੱਲ ਨਹੀਂ। ਜਿਹੜੀ ਪਿੱਛੇ ਵਿਚਾਰ ਆ ਰਹੀ ਹੈ, ਵਿਚਾਰ ਕੀ ਆ ਰਹੀ ਹੈ? ਵਿਚਾਰ ਆ ਰਹੀ ਹੈ ਤਰਨ ਦੀ ਤੇ ਡੁੱਬਣ ਦੀ ਗੱਲ, ਉਹ ਚੱਲ ਰਹੀ ਹੈ। ਹੁਣ ਸਤਿਗੁਰੂ ਦਾਤਾ ਜੀ ਕਹਿੰਦੇ ਨੇ ਇਹਨਾਂ ਲਹਿਰਾਂ ਦੇ ਵਿੱਚ ਮੈਂ ਡੁੱਬ ਰਿਹਾ ਵਾਂ, ਤੇ ਪੁੱਛਣਾ ਕਿਹਨੂੰ ਪਏਗਾ? ਜਿਹੜੇ ਖਰੇ ਨੇ, ਖੋਟੇ ਨਹੀਂ। ਜਿਹੜੇ ਖੋਟਿਆਂ ਦੇ ਕੋਲ ਪੁੱਛ ਕੇ ਤੇ ਨਹੀਂ ਨਾ ਰਸਤੇ ਤੇ ਤੁਰਿਆ ਜਾ ਸਕਦਾ। ਜਿਹੜੇ ਖਰੇ ਨੇ, ਜਿਹੜੇ ਸਿਆਣੇ ਨੇ, ਸੂਝਵਾਨ ਨੇ। ਆਪਾਂ ਕੋਈ ਵੀ ਗੁਣ ਸਿੱਖਣਾ ਹੋਵੇ, ਬੱਚੇ ਨੂੰ
ਚੰਗੀ ਤਾਲੀਮ ਦੇਣੀ ਹੋਵੇ ਤੇ ਅਸੀਂ ਸਕੂਲ ਚੰਗਾ ਲੱਭਦੇ ਹਾਂ ਵੀ ਕੱਲ ਨੂੰ ਪੜ੍ਹੇ। ਵੇਖੋ ਵਕਤ ਤੇ ਉਹੀ ਲੱਗਣਾ ਹੈ ਨਾ, ਪਰ ਜੇ ਕਿਸੇ ਚੰਗੇ ਸਕੂਲ ਦੇ ਵਿੱਚ ਬੱਚਾ ਪੜ੍ਹ ਜਾਏ ਤੇ ਚੰਗਾ ਕੱਲ ਨੂੰ ਕੋਈ ਅਹੁਦਾ ਇਸ ਨੂੰ ਪ੍ਰਾਪਤ ਹੋ ਜਾਵੇ, ਚੰਗਾ ਇਹਨੂੰ ਮੁਹਾਰਤ ਹਾਸਲ ਹੋ ਜਾਵੇ, ਗਿਆਨ ਆ ਜਾਵੇ, ਪੜ੍ਹਾਈ ਦੇ ਵਿੱਚ ਮਾਹਰ ਹੋ ਜਾਏ, ਕੱਲ ਨੂੰ ਕੋਈ ਡਿਗਰੀ ਮਿਲੇਗੀ, ਕਿਤੇ ਨਾ ਕਿਤੇ ਅਹੁਦੇ ਦੇ ਉੱਤੇ ਕਾਬਜ਼ ਹੋ ਜਾਏਗਾ। ਤੇ ਜੇਕਰ ਮੇਰੇ ਵਰਗੇ ਪੜ੍ਹੇ ਹੀ ਉਹਨਾਂ ਕੁ ਹੋਣ ਤੇ ਕਹਿਣ ਜੀ ਵੀ 33 ਨੰਬਰ ਲੈ ਕੇ ਹੀ ਪਾਸ ਹੋਣਾ ਹੈ, ਫਿਰ ਤੇ ਆਸ ਨਾ ਕਰੀਏ ਵੀ ਕੱਲ ਨੂੰ ਕੋਈ ਸਾਨੂੰ ਨੌਕਰੀ ਚੰਗੀ ਪ੍ਰਾਪਤ ਹੋਏਗੀ। ਚੰਗੇ ਨੰਬਰ ਲੈ ਕੇ ਪਾਸ ਹੋਵਾਂਗੇ ਤਾਂ ਹੀ ਤੇ ਇਹ ਖੇਡ ਬਣੇਗੀ। ਤੇ ਜਿਹੜੇ ਸਿਆਣੇ ਨੇ, ਜਿਹੜੇ ਚੰਗੇ ਉਸ ਕਾਜ ਦੇ ਵਿੱਚ ਜਿਨ੍ਹਾਂ ਨੂੰ ਮਹਾਰਤ ਹਾਸਲ ਹੈ, ਆਪਾਂ ਕਹਿੰਦੇ ਆ ਵੀ ਸਾਡੇ ਬੱਚਿਆਂ ਨੂੰ ਅਸੀਂ ਇਹਨਾਂ ਤੋਂ ਤਾਲੀਮ ਦਵਾਈਏ, ਇਹਨਾਂ ਦੇ ਕੋਲ ਆਪਣੇ ਬੱਚੇ ਨੂੰ ਪੜ੍ਹਨਾ ਬਿਠਾਈਏ ਤਾਂ ਕਿ ਸਾਡੇ ਬੱਚਿਆਂ ਨੂੰ ਚੰਗਾ ਗਿਆਨ ਹਾਸਲ ਹੋ ਜਾਏ। ਤਾਂ ਮਹਾਰਾਜ ਦਾਤਾ ਜੀ ਕਹਿੰਦੇ ਨੇ, ਤਾਹੋਂ ਖਰੇ ਸੁਜਾਨ ਮਈਆਂ ਇੰਨੀ ਕਪਰੀ। ਮੈਂ ਕੀ ਵੇਖਦਾ ਵਾਂ ਮਹਾਰਾਜ ਕਹਿੰਦੇ ਨੇ ਵੀ ਸੰਸਾਰ ਦੇ ਵਿੱਚ ਇਹ ਜਿਹੜੀਆਂ ਲਹਿਰਾਂ ਨੇ ਨਾ, ਇਹ ਬਾਰ-ਬਾਰ ਜਿਹੜੀਆਂ ਅੰਦਰ ਉੱਠਦੀਆਂ ਨੇ, ਬਾਹਰੀ ਲਹਿਰਾਂ ਨਹੀਂ ਹਨ। ਸੰਸਾਰ ਸਮੁੰਦਰ ਕਿਵੇਂ ਹੈ, ਬਾਹਰੀ ਤੌਰ ਤੇ ਇਦਾਂ ਕੋਈ ਕਹੀਏ ਵੀ ਗਾਂ ਦੀ ਪੂਛਲ ਫੜ ਕੇ ਨਿਕਲ ਜਾਵਾਂਗੇ ਜੋ ਦੁਨੀਆ ਕਹਿ ਰਹੀ ਸੀ, ਇਦਾਂ ਦਾ ਕੋਈ ਨਹੀਂ ਸਮੁੰਦਰ, ਨਾ ਹੀ ਐਸੇ ਦਾ ਸਮੁੰਦਰ ਦੀ ਗੱਲ ਸਤਿਗੁਰੂ ਦਾਤੇ ਨੇ ਕੀਤੀ ਹੈ। ਭਾਈ ਇਸੇ ਅਸੀਂ ਅੰਦਰ ਡੁੱਬ ਰਹੇ ਹਾਂ। ਜਿਸ ਦਿਨ ਸਾਡੇ ਅੰਦਰ ਮਾੜੀ ਵਿਚਾਰ ਆ ਜਾਂਦੀ, ਡੁੱਬ ਜਾਂਦੇ ਆ। ਜਿਸ ਦਿਨ ਸਿੱਖ ਦਾ ਨਿਤਨੇਮ ਡੁੱਬ ਜਾਂਦਾ ਹੈ, ਨਿਤਨੇਮ ਨਹੀਂ ਕਰਦਾ, ਮਾਨੋ ਇਹਨਾਂ ਦੇ ਵਿੱਚ ਡੁੱਬ ਗਏ ਨਾ, ਨੀਂਦ ਹਾਵੀ ਹੋ ਗਈ, ਆਲਸ ਹਾਵੀ ਹੋ ਗਿਆ, ਡੁੱਬ ਗਏ ਨਾ ਇਹਦੇ ਵਿੱਚ। ਤੇ ਜਿਸ ਦਿਨ ਡੁੱਬ ਗਏ, ਜਿਸ ਦਿਨ ਸਾਡੇ ਅੰਦਰੋਂ ਚੰਗੇ ਗੁਣ ਨਿਕਲ ਗਏ, ਭਾਵ ਇਮਾਨਦਾਰੀ ਨਾ ਰਹੀ, ਇਹਦਾ ਮਤਲਬ ਅਸੀਂ ਮਾੜੀ ਬਿਰਤੀ ਦੇ ਵਿੱਚ ਡੁੱਬ ਗਏ, ਖੁਆਰ ਹੋ ਗਏ ਨਾ। ਜਿਸ ਦਿਨ ਸਾਨੂੰ ਕੋਈ ਰਿਸ਼ਤੇਦਾਰੀ, ਸਕੇ ਸੰਬੰਧ ਜਾਂ ਸਮਾਜ ਦੀ ਸੇਵਾ ਦਾ ਖਿਆਲ ਨਹੀਂ ਰਿਹਾ, ਇਹਦਾ ਮਤਲਬ ਅਸੀਂ ਇਹਦੇ ਵਿੱਚ ਲੋਭ ਦੀਆਂ ਲਹਿਰਾਂ ਵਿੱਚ ਡੁੱਬ ਰਹੇ ਹਾਂ। ਸਾਨੂੰ ਇੰਨਾ ਵੀ ਧਿਆਨ ਨਹੀਂ ਵੀ ਅਸੀਂ ਕਿਵੇਂ ਕਿਸੇ ਦਾ ਭਲਾ ਕਰਨਾ। ਹਾਲਾਂਕਿ ਸਾਧ ਸੰਗਤ ਜੀ, ਬੰਦਾ ਸੁਚੇਤ ਨਹੀਂ, ਆਪਣੇ ਤਨ ਪ੍ਰਤੀ ਵੀ ਸੁਚੇਤ ਨਹੀਂ, ਮਾਫ ਕਰਨਾ। ਫਾਸਟ ਫੂਡ ਅੱਜ ਸਾਡੇ ਬੱਚੇ ਖਾਂਦੇ ਨੇ ਨਾ, ਫਾਸਟ ਫੂਡ ਖਾਣ ਦੇ ਵਿੱਚ ਕਿੰਨੇ ਅੱਗੇ ਨਿਕਲ ਗਏ ਹਾਂ ਅਸੀਂ। ਉਹ ਪਤਾ ਵੀ ਸਾਨੂੰ ਵੀ ਇਹ ਸਾਡੀ ਸਰੀਰ ਵਾਸਤੇ ਚੰਗਾ ਨਹੀਂ ਹੈ, ਹਾਨੀਕਾਰਕ ਹੈ, ਫਿਰ ਵੀ ਅਸੀਂ ਉਹ ਸਭ ਕੁਝ ਪੀਂਦੇ ਆ। ਕਿਉਂ ਇਹ ਸਭ ਕੁਝ? ਕਿਉਂਕਿ ਸਾਨੂੰ ਆਪਣੇ ਸਰੀਰ ਪ੍ਰਤੀ ਅਸੀਂ ਸੁਚੇਤ ਨਹੀਂ ਹਾਂ। ਤਲੀਆਂ ਚੀਜ਼ਾਂ ਖਾ ਕੇ ਬੰਦਾ ਜਦੋਂ ਚੰਗਾ ਸਰੀਰ ਰੋਗੀ ਹੋ ਜਾਂਦਾ ਹੈ ਨਾ, ਫਿਰ ਲੱਭਦਾ ਵੀ ਹੁਣ ਇਹ ਛੱਡ ਦਈਏ। ਫਿਰ ਜਦੋਂ ਸ਼ੂਗਰ ਦਾ ਮਰੀਜ਼ ਹੋ ਜਾਂਦਾ, ਫਿਰ ਕਹਿੰਦਾ ਵੀ ਹੁਣ ਜਿਹੜੀ ਹੈ ਦੁੱਧ ਦੇ ਵਿੱਚ ਸ਼ੱਕਰ, ਖੰਡ ਜਿਹੜੀ ਨਾ ਹੀ ਪਾਈਏ, ਚਾਹ ਫਿੱਕੀ ਪੀ ਲਈਏ। ਉਹ ਪਹਿਲਾਂ ਕਿਉਂ ਨਹੀਂ ਸੁਚੇਤ ਨੂੰ? ਜਿਸ ਵਕਤ ਅੱਧੇ ਘੰਟੇ ਬਾਅਦ ਤੂੰ ਚਾਹ ਪੀਂਦਾ ਹੈ ਤੇ ਉਦੋਂ ਵੀ ਦੇਖ ਲਿਆ ਕਰਨਾ ਵੀ ਇਹ ਕਿੰਨੀ ਅੰਦਰ ਸ਼ੂਗਰ ਜਾ ਰਹੀ ਹੈ, ਤੇ ਇਹਨੇ ਕੱਲ ਨੂੰ ਤੈਨੂੰ ਰੋਗੀ ਬਣਾਉਣਾ ਹੈ। ਜੇ ਆਪਾਂ ਬਾਹਰੀ ਤੌਰ ਤੇ ਗੱਲ ਕਰੀਏ, ਇਹ ਚਸਕਿਆਂ ਦੇ ਵਿੱਚ ਬੰਦਾ ਇੰਨਾ ਗਲਤਾਨ ਹੋ ਗਿਆ, ਭੁੱਲ ਗਿਆ ਹੈ ਬਈ ਅਸੀਂ ਜੀਵਨ ਜਿਉਣ ਦਾ ਢੰਗ ਵੀ ਸਹੀ ਨਹੀਂ ਰਿਹਾ। ਵਿਆਹ ਸ਼ਾਦੀ 'ਚ ਚਲਾ ਜਾਏ, ਪੈਲਸ ਦੇ ਵਿੱਚ ਜਾ ਕੇ ਨਾਲ ਹੀ ਗਰਮ ਚੱਲੀ ਜਾਂਦਾ ਹੈ, ਨਾਲ ਹੀ ਠੰਡਾ ਅੰਦਰ ਜਾਈ ਜਾਂਦਾ ਹੈ, ਰੱਜੇ ਪੇਟ ਭਰਿਆ ਹੋਇਆ, ਫਿਰ ਵੀ ਉਹਦੇ ਵਿੱਚ ਤੁੰਨਣ ਦਾ ਯਤਨ ਕੀਤਾ ਜਾ, ਚੱਲ ਗੋਲੀ ਖਾ ਲਾਂਗੇ ਰਾਤ ਨੂੰ, ਕੋਈ ਗੱਲ ਨਹੀਂ। ਜੀਭ ਦਾ ਚਸਕਾ ਹੀ ਹੈ ਨਾ, ਉਹ ਉਨੀ ਕੁ ਖੁਰਾਕ ਖਾ ਲਾ ਭਾਈ ਜਿਹੜਾ ਤੇਰੀ ਸਰੀਰ ਵਾਸਤੇ ਚੰਗੀ ਰਹੇ। ਨੁਕਸਾਨ ਉਹਨਾਂ ਪਰਿਵਾਰ ਦਾ ਵੀ ਕਰ ਰਿਹਾ, ਆਪਣਾ ਵੀ ਕਰ ਰਿਹਾ, ਵੀ ਉਹਦਾ ਤਾਂ ਨੁਕਸਾਨ, ਉਹਦਾ ਤੇ ਹੈ ਹੀ ਨੁਕਸਾਨ, ਪਰ ਤੇਰਾ ਉਸ ਤੋਂ ਵਧੇਰੇ ਨੁਕਸਾਨ ਹੈ ਵੀ ਉਹ ਢਿੱਡ ਨੂੰ ਇੰਨਾ ਕੁ ਤੁੰਨ ਕੇ ਭਰ ਲਿਆ, ਫਿਰ ਬਾਅਦ ਦੇ ਵਿੱਚ ਨਹੀਂ ਖੇਡ ਬਣੀ ਤੇ ਡਾਕਟਰ ਦੇ ਕੋਲ ਜਾ ਕੇ ਦਵਾਈ ਲੈ ਲਈਏ। ਗੋਲੀ ਤੇ ਲਈ ਸੀ ਪਰ ਨਹੀਂ ਗੱਲ ਬਣੀ, ਹੁਣ ਜਾ ਕੇ ਫਿਰ ਡਾਕਟਰ ਦੇ ਕੋਲ ਜਾਈਏ ਵੀ ਉੱਥੇ ਜਾ ਕੇ ਪੈਸੇ ਖਰਚੀਏ। ਇੰਨਾ ਆਪਾਂ ਪਹਿਲੇ ਕਿਉਂ ਨਹੀਂ ਸੁਚੇਤ ਹੋ ਕੇ ਚੱਲਦੇ ਵੀ ਸਰੀਰ ਪ੍ਰਤੀ ਅਸੀਂ ਸੁਚੇਤ ਹੋ ਜਾਈਏ, ਉਹਨਾਂ ਕੁ ਖਾਈਏ ਜਿੰਨੀ ਕੁ ਸਾਡੀ ਲੋੜ ਹੈ। ਵਾਧੂ ਦਾ ਖਾਦੇ ਦੇ ਉੱਤੇ ਖਾਓਗੇ ਤੇ ਡਾਕਟਰ ਵੈਦ ਕਹਿੰਦੇ ਨੇ ਉਹ ਜ਼ਹਿਰ ਬਣ ਜਾਂਦਾ। ਖੁਰਾਕ ਜਿਹੜੀ ਹੈ ਨਾ, ਉਹਦੇ ਵਿੱਚ ਵੀ ਕੁਝ ਨਾ ਕੁਝ ਗੈਪ ਹੋਣਾ ਚਾਹੀਦਾ ਨਾ, ਵੀ ਇੰਨਾ ਸਮਾਂ ਪਾ ਕੇ ਤੁਸੀਂ ਕੋਈ 5 ਘੰਟੇ ਬਾਅਦ ਖਾਓਗੇ ਤੇ ਸਰੀਰ ਵਾਸਤੇ ਉਹ ਠੀਕ ਹੈ, ਉਹ ਪਹਿਲਾਂ ਪਚ ਗਈ ਤੇ ਉਸ ਤੋਂ ਬਾਅਦ ਛਕ ਲਓ। ਹੁਣ ਮੈਂ ਪਹਿਲਾਂ 8 ਵਜੇ ਛਕ ਲਵਾਂ ਪ੍ਰਸ਼ਾਦਾ ਐਨ ਰੱਜ ਕੇ, ਪਰੌਂਠੇ ਬਣਾਏ ਹੋਣ ਚੰਗੇ, ਤੇ ਉਸ ਤੋਂ ਬਾਅਦ 10 ਵਜੇ ਕਵਾਂ ਜੀ ਫਿਰ ਛਕ ਲਵਾਂ। 15 20 ਮਿੰਟ ਬਾਅਦ ਅਸੀਂ ਕਹੀਏ ਜੀ ਚਾਹ ਹੀ ਛਕੀ ਜਾਈਏ, ਤੇ ਉਹਨੇ ਅੰਦਰ ਜਾ ਕੇ ਕੀ ਕਰਨਾ? ਨੁਕਸਾਨ ਹੀ ਕਰਨਾ ਹੈ ਨਾ। ਕਈ ਸਿਆਣੇ ਪੁਰਖੇ ਕਹਿੰਦੇ ਨੇ, ਕੋਈ ਕਹਿੰਦਾ ਜੀ ਚਲੋ ਜੀ ਜੇਕਰ ਕੋਈ ਨਹੀਂ ਪਰੌਂਠੇ ਖਾ ਲੈਣੇ, ਘੁੱਟ ਚਾਹ ਪੀ ਲਵੋ, ਪਚ ਜਾਏਗੀ। ਤਾਂ ਮੈਨੂੰ ਉਹਦੇ ਬੋਲ ਬੜੇ ਉਸ ਵੀਰ ਦੇ ਚੰਗੇ ਲੱਗਦੇ। ਉਹ ਕਹਿੰਦਾ ਵੀ ਚਾਹ ਤੇ ਪਰੌਂਠਿਆਂ ਨੂੰ ਪਚਾਉਣ ਵਾਸਤੇ ਚਾਹ ਤੇ ਪੀ ਲਈ, ਚਾਹ ਨੂੰ ਪਚਾਉਣ ਵਾਸਤੇ ਫਿਰ ਕੀ ਖਾਵਾਂਗੇ, ਕੀ ਪੀਵਾਂਗੇ? ਇਹਦਾ ਮਤਲਬ ਇਹ ਚੀਜ਼ਾਂ ਸਾਡੇ ਸਰੀਰ ਦੇ ਉੱਤੇ ਹਾਨੀਕਾਰਕ ਨੇ। ਤੇ ਫਿਰ ਜਦੋਂ ਅਸੀਂ ਗੁਰੂ ਦੇ ਕੋਲ ਜਿਉਣ ਦਾ ਤਰੀਕਾ ਸਿੱਖ ਲਿਆ ਨਾ,
तो फिर सानू पता लग जाएगा बाबा होर खाना खुशी खुआर, जित खादा तन पीड़िया मन में चले विकार, विकार तो उतों ही पैदा हो गए ना, डुबेगा फिर ये गलत खा लिया तो उन्हें तेरे शरीर के उत्ते इफैक्ट भी गलती करना है ना, गलत होएगा ना जे गलत खादा गया। महाराज दाता जी कहते ने उन्होंने पुछ जेड़े चंगे ने, जेड़े सूझवान ने, जेड़े इस काम दे विच जिन्हां नूं महारत हासिल है, तो महाराज दाता जी अगे फरमाउंदे ने झाड़ चखड़ ओहाड़ लहरी वहन लखेसरी। वेखो साध संगत जी, कई बारी अत दा तूफान चल जाए ना ते बंदा यतन करदा भी हुण घरों ना ही निकलां। तूफान दे विच की देखदे आ असीं, रुख जमीन चों पुट्टे जांदे ने ते कई बारी असीं सफर ते होईए ते बड़ा वड्डा नुकसान हो सकदा है। जेकर हड़ आ जाण, बड़े जोर दे नाल बारिश हो रही होवे ते बंदा उहदा वास्ते प्रबंध करदा है ना भी चलो जेकर जान मजबूरी इन्नी है, पहली गल ते घरों ना ही निकलां ते चंगी गल है, पर जे चलो मजबूरी इन्नी भी मैनू उस मीह दे वरदे हुए मीह दे विच जाना है ते बरसाती ते घट्टो घट्ट तन दे उत्ते होवे ना, कपड़े ते ना मेरे भिजण। फिर वो कहंदा भी केवल बरसाती नाल ही खेड़ नहीं बननी, मैं छतरी भी लै लवां बई उत्तों भी तो मीह पैंदा है ना, कपड़े भी खराब ना होण, सारा प्रबंध करके मैं तुरां भी ताकि मैं जिहड़ा है वो सुक्का रवां। पातशाह जी कहते ने इत्थे ते हमेशा ही विकारां दा मीह पै रहा, झड़ झक्खड़ हार, इत्थे ते हमेशा ही विकारां दियां लहरां दौड़ रही ने, इत्थे ते तूफान चल रहा है। भाई बाहरी तौर ते बंदा पूरा प्रबंध करता है, यह भी कोई प्रबंध किया ही भी इस वास्ते तेरा कोई प्रबंध होवे बई मैं डुब्बा ना, कोई यतन ते करा। झाड़ झक्खड़ ओहाड़ लहरी वहन लखेसी, लखां ही लहरां उठ रही ने, बाहरी पानी दे विच नहीं मेरे अंदर उठ रही ने। आसा मनसा बंदनी पाई, करम धर्म बंदकारी, पाप पुण जग जाया पाई, बिनसै नाम विसारी। खुआर हुंदा बंदा कदों जदों परमात्मा की याद तो दूर चले जाता है। झाड़ झक्खड़ महाराज कहते ने झोल रहने झक्खड़, और मैं ये वहिंदा जा रहा, लखां ही लहरां अंदर उठ रही ने, फिर की करया जाए जी? फिर बचाव का कोई तरीका तो होवे भी जिथों मैं बच के निकल सका। महाराज कहते ने सतगुर स्यों आलाए, बेड़े डुबण नाहे पाओ। दाता जी कहते ने सतगुरु दे चरनां विच फिर बेनती कर, जदों तेरा वस नहीं ना चलदा फिर अपने गुरु दे चरनां विच झुक के बेनती कर, अला पुकार कर। अलाए दर ते पुकार करनी बई हुण मेरे वस की खेड़ नहीं रही, किरपा करो तुसी बचाना करो। सतगुरु स्यों आलाए, गुरु की करेगा? बेड़े डुबण नाहे पाओ, गुरु बेड़ा दे देगा। गुरु नूं जहाज क्या गया ना, तुसी शब्द पढ़दे हो ना, सतरूप सतनाम सत संतोख धरियो उर, आद पुरख परतख लिखियो अक्षर मस्तक धुर, प्रगट जोत जगमगै तेज भूमंडल छायो, पारस परस 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 गुर गुरु कहायो, भन मथुरा मूर्त सदा थिर, लाए चित सन्मुख रहो, कल जुग जहाज अर्जुन गुरु, सगल श्रेष्ठ लग बेतरो। मैं तो कई बार सोचदा साध संगत जी, कई इदा पाठ बेतरो इदा लग बेतरो भी करी जा रहे हैं, हालांकि इदा पाठ नहीं है। असी जाने अनजाने उदा इदा ही गायन करी जा रहे हैं बई बिना उस शब्द की विचार नूं समझे तो बिना। चलो मेरा किसी उत्ते कोई किंतु परंतु नहीं, पर मैं तो केवल एक गल कह रहा, गुरु अर्जुन नूं सतगुरु दाते की बाणी विच मथुरा भट्ट ने की किया है? रब दे विच ते गुरु विच भेद नहीं, गुरु ओ जहाज है। वेखो एक जहाज की सीमा होंदी है ना, ते जहाज दे विच बकायदा तौर ते जदों मलाह जां बेड़े दे विच किसी नूं यात्रियां नूं बिठाउंदा है ना, उत्थे एक निशानी लगी होंदी भी आ ला इहदे तो जे पानी उपर जान लगा ना तो निशानी तो थले थले रहे, लाल लाइन लग गई ना भी इहदे तो पानी उपर चला गया, तो इहदा मतलब इस बेड़े की हुण इन्नी समर्था नहीं, जेड़े इहदे विच पार होने वास्ते बैठे ने मलाह नूं अपना भी खतरा है, मेरा बेड़ा भी डुब सकता है, ये भी बेचारे डुब सकते हैं, मेरा बचना औखा हो जाएगा। इस करके कहता भी थोड़ा जिहा वजन भी मैं इस तो ज़्यादा नहीं चक सकता, इहदी इन्नी कुछ सीमा है भाई,
ਇੰਨਾ ਕੁ ਹੀ ਇਹ ਜਿਹੜਾ ਬੇੜੇ ਦੇ ਵਿੱਚ ਪੈ ਵਾਲੇ ਬੰਦੇ ਪਾਰ ਹੋਣਗੇ। ਪਰ ਗੁਰੂ ਇਹੋ ਜਿਹਾ ਜਹਾਜ਼ ਹੈ। ਮਹਾਰਾਜ ਦਾਤਾ ਜੀ ਕਹਿੰਦੇ ਨੇ ਇੱਥੇ ਇੱਕ ਦੀ ਗੱਲ ਨਹੀਂ, ਕੇਵਲ ਸਿੱਖ ਦੀ ਗੱਲ ਨਹੀਂ, ਕੋਈ ਮੁਸਲਮਾਨ ਵੀ ਸ਼ਰਧਾ ਦੇ ਨਾਲ ਬਾਣੀ ਨੂੰ ਪੜ੍ਹੇਗਾ, ਕੋਈ ਹਿੰਦੂ ਵੀਰ ਵੀ ਸ਼ਰਧਾ ਦੇ ਨਾਲ ਬਾਣੀ ਨੂੰ ਪੜ੍ਹੇਗਾ। ਭਾਵੇਂ ਮੁਸਲਮਾਨ ਵੀਰ ਹੋਵੇ, ਭਾਵੇਂ ਹਿੰਦੂ ਵੀਰ ਹੋਵੇ, ਭਾਵੇਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਕੋਈ ਵਸਦਾ ਹੋਵੇ, ਈਸਾਈਅਤ ਨਾਲ ਸੰਬੰਧ ਰੱਖਦਾ ਹੋਵੇ, ਉਹ ਕੋਈ ਵੀ ਹੋਵੇ, ਮੁੱਕ ਦੀ ਗੱਲ ਕੀ। ਭਾਵੇਂ ਭਾਰਤ ਦੇਸ਼ ਦੀ ਧਰਤੀ ਹੋਵੇ, ਕੇਵਲ ਪੰਜਾਬ ਦੀ ਗੱਲ ਨਹੀਂ, ਬਾਕੀ ਦੇ ਭਾਰਤ ਦੇਸ਼ ਦੀ ਧਰਤੀ ਹੋਵੇ ਜਾਂ ਬਾਹਰ ਦੀਆਂ ਆਪਾਂ ਦੇਖੀਏ ਵੀ ਬਾਹਰ ਦੇ ਜਿਹੜੇ ਦੇਸ਼ ਨੇ, ਕੋਈ ਕਿਤੇ ਵੀ ਰਹਿੰਦਾ ਹੋਵੇ ਦੁਨੀਆ ਦੇ ਵਿੱਚ, ਜਿਹੜਾ ਕੋਈ ਇਸ ਬੇੜੇ ਦੇ ਵਿੱਚ ਸਵਾਰ ਹੋ ਗਿਆ ਨਾ, ਕਲਯੁਗ ਜਹਾਜ਼ ਅਰਜੁਨ ਗੁਰੂ। ਗੁਰੂ ਉਹ ਮਲਾਹ ਹੈ ਜਿਹੜਾ ਸਤਿਗੁਰੂ ਦਾਤਾ ਜੀ ਕਹਿੰਦੇ ਨੇ ਜਿਹੜਾ ਇਸ ਨਾਮ ਰੂਪੀ ਬੇੜੇ ਵਿੱਚ ਸਵਾਰ ਹੋ ਗਿਆ, ਗੁਰੂ ਨੂੰ ਡੁੱਬਣ ਨਹੀਂ ਦੇਗਾ, ਗੁਰੂ ਉਸ ਨੂੰ ਪਾਰ ਕਰੇਗਾ। ਪਰ ਸ਼ਰਤ ਇਹ ਆ ਵੀ ਕੋਈ ਸਵਾਰ ਹੋਣ ਵਾਸਤੇ ਤਿਆਰ ਹੋਵੇ, ਦੋ ਬੇੜੀਆਂ ਵਿੱਚ ਨਾ ਪੈਰ ਰੱਖੇ। ਜੇ ਦੋ ਬੇੜੀਆਂ 'ਚ ਪੈਰ ਰੱਖੇਗਾ ਤੇ ਫਿਰ ਨਹੀਂ ਪਾਰ ਹੋਇਆ ਜਾ ਸਕਦਾ। ਇੱਕ ਬੇੜੀ 'ਚ ਪੈਰ ਰੱਖੀ ਜਾਣ। ਕੋਈ ਬੰਦਾ ਕਵੇ ਇੱਕ ਪੈਰ ਇੱਧਰ ਰੱਖ ਲਵਾਂ, ਦੂਜਾ ਪੈਰ ਇੱਧਰ ਰੱਖ ਲਵਾਂ, ਚਲੋ ਦੋਨੋਂ ਬੇੜੀਆਂ ਨਾਲ ਦੀ ਨਾਲ ਚੱਲੀ ਜਾਣ, ਨਾਲੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰ ਲਵਾਂ, ਫਿਰ ਕਿਤੇ ਮੌਕਾ ਮਿਲੇ ਕਿਤੇ ਹੋਰ ਜਾ ਕੇ ਮੱਥਾ ਰਗੜ ਲਵਾਂ। ਨਹੀਂ ਭਾਈ, ਇੱਕ ਬੇੜੇ ਉੱਤੇ ਸਵਾਰ ਹੋਵਾਂਗੇ। ਤਾਂ ਸਤਿਗੁਰੂ ਦਾਤਾ ਜੀ ਕਹਿੰਦੇ ਨੇ ਬੇੜੇ ਡੁੱਬਣ ਨਾਹੇ ਪਾਓ। ਬੇੜੇ ਵਿੱਚ ਬਹਿ ਤੇ ਸਹੀ, ਡੁੱਬਣ ਦਾ ਖਤਰਾ ਤੇਰਾ ਮੁੱਕ ਜਾਏਗਾ, ਨਹੀਂ ਡੁੱਬੇਗਾ। ਮਹਾਰਾਜ ਦਾਤਾ ਜੀ ਅਗਲੇ ਸ਼ਲੋਕ ਵਿੱਚ ਕਿਰਪਾ ਕਰ ਰਹੇ ਨੇ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹਿਓ ਕੋਈ। ਗੁਰੂ ਗਰੀਬ ਨਵਾਜ ਦਾਤਾ ਜੀ ਕਹਿੰਦੇ ਨੇ ਦੁਨੀਆ ਕਿਹੋ ਜਿਹੀ ਹੋ ਗਈ। ਇੱਕ ਸਵਾਲ ਹੋ ਗਿਆ ਨਾ, ਮਾਨੋ ਪ੍ਰਸ਼ਨ ਕੀਤਾ ਮਹਾਰਾਜ ਦਾਤੇ ਨੇ ਵੀ ਕਿੱਦਾਂ ਦੀ ਹੋ ਗਈ ਦੁਨੀਆ, ਵੀ ਕਿੰਨਾ ਇਖਲਾਕ ਤੋਂ ਬੰਦੇ ਡਿੱਗ ਗਏ ਆਪਣੇ। ਵੀ ਇੱਕ ਬੱਚਾ ਆਪਣੇ ਮਾਂ-ਬਾਪ ਪ੍ਰਤੀ ਸੁਚੇਤ ਨਹੀਂ, ਉਹਨਾਂ ਦੀ ਸੇਵਾ ਦੇ ਵਿੱਚ ਨਹੀਂ ਲੱਗਾ, ਜਾਂ ਆਪਾਂ ਕਹਿ ਲਈਏ ਵੀ ਇੱਕ ਇਨਸਾਨ ਸਮਾਜ ਪ੍ਰਤੀ ਸੁਚੇਤ ਨਹੀਂ, ਜਿਹਨੂੰ ਕਾਬਜ ਕੀਤਾ ਹੋਵੇ, ਅਸੀਂ ਚੁਣਿਆ ਹੋਵੇ, ਦੂਜੇ ਸ਼ਬਦਾਂ ਵਿੱਚ ਆਪਾਂ ਕਹਿ ਲਈਏ ਉਹ ਆਪਣੀ ਪ੍ਰਜਾ ਪ੍ਰਤੀ ਸੁਚੇਤ ਨਹੀਂ, ਰਾਜਾ ਆਪਣੀ ਪ੍ਰਜਾ ਪ੍ਰਤੀ ਸੁਚੇਤ ਨਾ ਹੋਵੇ, ਇੱਕ ਅਧਿਆਪਕ ਬੱਚਿਆਂ ਪ੍ਰਤੀ ਸੁਚੇਤ ਨਾ ਹੋਵੇ। ਅਧਿਆਪਕ ਦਾ ਧਰਮ ਕੀ ਹੈ ਬਾਕੀ ਬਾਅਦ ਵਿੱਚ ਹੈ, ਪਹਿਲਾਂ ਜਿਹੜਾ ਕਾਜ ਉਸ ਨੂੰ ਮਿਲਿਆ ਨਾ, ਉਹ ਇਮਾਨਦਾਰੀ ਦੇ ਨਾਲ ਬੱਚਿਆਂ ਨੂੰ ਪੜ੍ਹਾਉਣ ਦਾ ਕਾਜ ਕਰੇ। ਜੇ ਮੇਰੇ ਹੱਥ ਦੇ ਵਿੱਚ ਕਲਮ ਹੈ, ਮੈਂ ਜੱਜ ਦੀ ਕੁਰਸੀ ਉੱਤੇ ਬੈਠਾ ਵਾਂ ਤੇ ਇਨਸਾਫ ਕਰਾਂ, ਵਾਕਈ ਇਨਸਾਫ ਦੇ ਤਰਾਜੂ ਦੇ ਉੱਤੇ ਸਭ ਗੱਲਾਂ ਨੂੰ ਤੋਲਾਂ ਪਹਿਲਾਂ। ਦੇਖੋ ਹਰ ਇੱਕ ਬੰਦਾ ਆਪਣੇ ਫਰਜ਼ ਤੋਂ ਮੁਨਕਰ ਹੋ ਜਾਵੇ, ਇਹਦਾ ਮਤਲਬ ਕਿ ਉਹਦੇ ਵਿੱਚ ਇਨਸਾਨੀਅਤ ਦੇ ਗੁਣ ਖਤਮ ਹੋ ਗਏ। ਵੇਖੋ ਕਦੇ ਇਤਿਹਾਸ ਦੇ ਪੰਨੇ ਪੜ੍ਹ ਕੇ ਮੈਂ ਤੇ ਕਈ ਵਾਰੀ ਚੇਤੇ ਕਰਦਾ, ਜਿਹਨੂੰ ਆਪਾਂ ਸਢੌਰੇ ਦੀ ਧਰਤੀ ਕਹਿੰਦੇ ਆ, ਸਢੌਰੇ ਦੀ ਧਰਤੀ ਉੱਤੇ ਰਹਿਣ ਵਾਲਾ ਸੀ ਜਿਹਨੂੰ ਆਪਾਂ ਪੀਰ ਬੁੱਧੂ ਸ਼ਾਹ ਦੇ ਨਾਮ ਦੇ ਨਾਲ ਜਾਣਦੇ ਹਾਂ। ਪੀਰ ਬੁੱਧੂ ਸ਼ਾਹ ਦੇ ਕੋਲ ਪਠਾਨ ਆਏ ਸਨ, ਕਿਉਂਕਿ ਔਰੰਗਜ਼ੇਬ ਨੇ ਆਪਣੇ ਦਰਬਾਰ ਦੇ ਵਿੱਚੋਂ ਪਹਿਲਾਂ ਰਾਜਪੂਤ ਜਿਹੜੇ ਨੌਕਰੀ ਕਰ ਰਹੇ ਸਨ ਉਹਨਾਂ ਨੂੰ ਆਪਣੇ ਦਰਬਾਰ ਦੇ ਵਿੱਚੋਂ ਸੈਨਾ ਦੇ ਵਿੱਚੋਂ ਕੱਢਿਆ, ਤੇ ਫਿਰ ਇਹਨਾਂ ਪਠਾਨਾਂ ਨੂੰ ਵੀ ਕੱਢ ਦਿੱਤਾ। ਯਮੁਨਾ ਨਗਰ ਦੇ ਕੋਲ ਇਹਨਾਂ ਦੀ ਜਿਹੜੀ ਜਿੱਥੇ ਰਹਿਸ਼ ਸੀ ਉਹਨਾਂ ਨੂੰ ਦਿੱਤੀ ਹੋਈ ਸੀ ਜਗ੍ਹਾ, ਉੱਥੋਂ ਫਿਰ ਇਹਨਾਂ ਨੂੰ ਭਜਾ ਦਿੱਤਾ ਗਿਆ। ਇਹ ਸਾਰੇ ਦੌੜ ਕੇ ਪੀਰ ਬੁੱਧੂ ਸ਼ਾਹ ਦੇ ਕੋਲ ਆਏ। ਸਢੌਰੇ ਪਿੰਡ ਦਾ ਨਾਮ ਜਦੋਂ ਆਪਾਂ ਦੇਖਦੇ ਹਾਂ ਨਾ, ਸਾਧੂਵਾੜਾ ਵੀ ਲਿਖਿਆ ਇਤਿਹਾਸ ਦੇ, ਸਾਧੂ ਰਾਹ ਵੀ ਲਿਖਿਆ ਹੈ, ਫਿਰ ਬਦਲ ਕੇ ਇਸ ਪਿੰਡ ਦਾ ਨਾਮ ਸਢੌਰਾ ਪੈ ਗਿਆ। ਸਢੌਰੇ ਦਾ ਰਹਿਣ ਵਾਲਾ ਸੀ ਪੀਰ ਬੁੱਧੂ ਸ਼ਾਹ। ਮਹਾਰਾਜ ਦਾਤੇ ਦਾ ਮੁਰੀਦ ਸੀ, ਕਿਉਂਕਿ ਇੱਕ ਵਾਲੇ ਸਵਾਲ ਕੀਤਾ ਸੀ ਨਾ ਪਾਤਸ਼ਾਹ, ਰੱਬ ਦੇ ਨਾਲ ਅੱਲਾ ਦੇ ਨਾਲ ਮਿਲਾਪ ਕਿਵੇਂ ਹੋਏ? ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਤਾ ਜੀ ਮੁਸਕਰਾ ਕੇ ਕਹਿਣ ਲੱਗੇ, ਪੀਰ ਬੁੱਧੂ ਸ਼ਾਹ ਜਿਵੇਂ ਰਾਤ ਤੇ ਦਿਨ ਦਾ ਮਿਲਾਪ ਹੈ, ਵਸਲ ਕਿਹਾ ਜਾਂਦਾ ਉਹਨੂੰ, ਮਿਲਾਪ ਦੀ ਘੜੀ। ਕਹਿੰਦੇ ਨੇ ਵੀ ਉਹ ਜਿਹੜਾ ਮਿਲਾਪ ਹੈ, ਜਿਹੜਾ ਇੱਕ ਵਾਰ ਹੋ ਗਿਆ ਮਿਲਾਪ, ਤਾਂ ਫਿਰ ਦੁਬਾਰਾ ਮੁੜ ਜਿਹੜਾ ਹੈ ਫਿਰ ਉਹਨੂੰ ਭਟਕਣਾ ਨਹੀਂ ਪਏਗਾ। ਕਹਿੰਦੇ ਨੇ ਵੀ ਜੀ ਉਹ ਵਸਲ ਕਿਵੇਂ, ਅੱਲਾ ਦੇ ਨਾਲ ਵਸਲ ਕਿਵੇਂ ਹੋਵੇ ਬੰਦੇ ਦਾ, ਜਿਵੇਂ ਵਸਲੋ ਉਰੇ ਮੁਕਾਮ ਨਾ ਕੋਈ। ਮੈਂ ਇੱਕ ਦਿਨ ਇਹਦੀ ਵਿਆਖਿਆ ਕਰਦਿਆਂ ਹੋਇਆ ਆਪਣੇ ਤਰੀਕੇ ਨਾਲ ਕਰ ਦਿੱਤਾ, ਪਰ ਵਿਦਵਾਨ ਤੁਹਾਡੇ ਵਿੱਚ ਬੈਠੇ ਨੇ, ਉਹ ਧਿਆਨ ਦੇ ਨਾਲ ਇੱਕ ਗੱਲ ਨੂੰ ਸੁਣਦੇ ਨੇ, ਫਿਰ ਉਹਨਾਂ ਨੇ ਸੱਜਣਾ ਨੇ ਮੈਨੂੰ ਇਹ ਅਰਥ ਦੱਸੇ ਵੀ ਅਰਬੀ ਫਾਰਸੀ ਦੇ ਵਿੱਚ ਇਹਦੇ ਅਰਥ ਕਿੱਦਾਂ ਹੁੰਦੇ ਨੇ। ਤਾਂ ਮੈਂ ਹੁਣ ਇਤਿਹਾਸ ਦੇ, ਹਾਲਾਂਕਿ ਇਤਿਹਾਸ ਵਿੱਚੋਂ ਪੜ੍ਹਿਆ ਸੀ, ਕਈ ਵਾਰੀ ਧਿਆਨ ਦੇ ਵਿੱਚ ਨਹੀਂ ਹੁੰਦਾ, ਪਰ ਜਦੋਂ ਇਤਿਹਾਸ ਦੇ ਪੰਨੇ ਇਹ ਸਾਨੂੰ ਕਹਿੰਦੇ ਨਾ ਵੀ ਵਸਲ ਕਿਵੇਂ ਹੋਵੇ ਪਰਮਾਤਮਾ ਦੇ ਨਾਲ,
तो सतगुरु दाते ने क्या सी जिवें रात ते दिन दा मिलाप है। महाराज फिर रात नूं ते अपनी होंद छड्डनी पैंदी है ना, तां ही ते दिन दिन दी आरंभता हुंदी है। दाता जी कहन लगे बस ये मैं नूं छड्डना पैंदा अंदरों, इस नूं छड्डांगे ते तूं दे नाल फिर मिलाप है। ਇਹਦਾ मतलब पीर बुद्धू शाह ये सैयद सी ते सतगुरु दाते दा मुरीद सी। उन्हां पठानां ने फिर पीर बुद्धू शाह की शरण लई। 500 पठान सन। इतिहासकार लिखते हैं भी पीर बुद्धू शाह गुरु गोबिंद सिंह महाराज दाते की शरण दे विच उन्हां नूं लैके आए। सतगुरु दाते ने जिहड़े घोड़ सवार सन 30 रुपए उन्हां नूं ते जिहड़े सरदार सन जिवें हयात खान हो गया, जाबत खान हो गया, जां भीखण खान हो गया, काले खान, उमर खान आदि ਜਿਹੜੇ ਸਨ ਇਹਨਾਂ ਨੂੰ 100 ਰੁਪਈਆ ਇਹ ਸਤਿਗੁਰੂ ਦਾਤੇ ਨੇ ਇਹਨਾਂ ਦੀ ਆਮਦਨ ਜਿਹੜੀ ਸੀ ਵੀ ਇਦਾਂ ਆ ਨੌਕਰੀ ਦੇ ਉੱਤੇ ਮਹਾਰਾਜ ਦਾਤੇ ਨੇ ਰੱਖ ਲਿਆ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਵਿੱਚ ਲਿਖਦੇ ਨੇ ਵੀ ਕੇਵਲ ਕਾਲੇ ਖਾਨ ਨੂੰ ਛੱਡ ਕੇ ਬਾਕੀ ਦੇ ਸਾਰੇ ਜਿਹੜੇ ਨੇ ਉਹ ਨਮਕ ਹਰਾਮੀ ਹੋ ਗਏ, ਪਰ ਇਹ ਨਮਕ ਹਲਾਲੀ ਰਿਹਾ। काले खान गुरु के मुताबिक महाराज दाता जी कहते हैं 100 ने मेरे अंदर बंदे जेड़े मेरे सैना दे विच कोई भी महाराज तुहाडे तो मुनकर नहीं होएगा। वो गल वखरी है। सतगुरु दाता जी कहन लगे काले खां तू जा सकदा है, कारण की है कल नूं ये लोग ये भी ना कहन जेड़े पहाड़ी राजे ने भी महाराज काले दाते दे कोल काले खां वर्गे पठान ना हुंदे ते शायद सतगुरु दाते दी जित ना हुंदी, तू ही जा सकदा है। वो गल वखरी है। पर पीर बुद्धू शाह को रुकिया ना गया। जो भंगानी की जंग हुई ना अपने 700 मुरीदां नूं लैके पहुंच गया। महाराज दाते नाल वादा कीता सी चलो पठान जेड़े ने वो दौड़ गए, पर मैं गुरु नूं किस मूँह किवें मूँह दिखावांगा, किवें सतगुरु दाते दे कोल पहुंचांगा। अपने पुत्रां नूं लैके भतीजियां नूं आद ते जेड़े अपने साथी सन, चेले सन, मुरीद सन, उन्हां नूं लैके सतगुरु दाते दी शरण दे विच ले गया। भंगानी दे जंग दे अंदर जोर दिखाए, सिखां ने जाना हूल के लड़े। भंगानी दे जंग दे अंदर इथों तक जित हासिल हुई। ये जेड़े दूजे पठान सन ना ये ते सगों लुट दे आसरे भी महाराज दाते को लुट लवांगे, पौंटा साहब की धरती तो जो कुछ होएगा। कहंदे ने भी असीं तुहाडा राजपूत राजो तुहाडा असीं साथ देंगे। हुण 400 वो उधर जाके रल गए, पर पीर बुद्धू शाह अपने मुरीदां दे नाल पुत्रां दे नाल आप मैदाने जंग विच डटिया। भंगानी दे जंग दे विच 2 पुत्र उसदे शहादत दा जाम पी गए। हुण देखियो साध संगत जी जिहड़ी मैं बेनती करन लगा ध्यान दे नाल सुणियो। दुनिया किहो जी हो गई, इत्थे कोई मित्र नहीं रहा, पर जिहड़ा सच्चा मित्र है ना वो साथ नहीं जी छड्डदा। धन गुरु गोबिंद सिंह महाराज दाते ने जित हासिल की, फतेहयाब होए। पीर बुद्धू शाह सतगुरु दाते की शरण विच आए तो इतिहासकार इदां लिखते हैं भी महाराज दाता जी केसां नूं कंघा कर रहे सन। जिस वक्त पीर बुद्धू शाह महाराज दाते की शरण विच आए, सतगुरु दाता जी पलंग ते बैठे हुए ने। उस तो बाद ते पीर बुद्धू शाह महाराज दाते दे कोल आण के घर वापस जाण दे वास्ते इजाजत लैण वास्ते पहुंचे। महाराज भगानी दा जंग फतेह हो गया है, हुण मैनूं घरे जाण दी इजाजत दित्ती जाए। सतगुरु दाता जी प्रसन्न हुए, कहन लगे पीर बुद्धू शाह बड़ी मुश्किल समय दे विच तू साडा साथ दिता है। इस मुश्किल समय दे विच तू साडा साथ दिता है ते 10 गुरु नानक दे घर तो की कुछ मंगना चाहना है। बाबे नानक दा दर तेरे ते टुट्ठा है, 10 की कुछ मंगना चाहना है। हाथ जोड़ के कहंदा है सतगुरु दिता होया तुहाडा सब कुछ है, पर जे तुसी टुट्ठे हो मेहर दे घर दे विच आए हो ते महाराज दाता जी आ जिहड़ा कंघा है केसां दे नाल इदां ही मेरी झोली दे विच पा लिओ, इदां ही मेरी झोली विच पा दिओ। महाराज दाते ने वो कंघा केसां दे नाल जिवें जिन्हों आपां कहने केस कंघे दे विच रह जांदे ने ना, उदां ही पीर बुद्धू शाह दी झोली विच पाया। सरपाओ दे तौर ते सतगुरु दाते ने यह बख्शिश की, नाल दस्तार महाराज दाते ने पीर बुद्धू शाह नूं बख्शिश की। पीर बुद्धू शाह सतगुरु दाते तो इजाजत लैके अपने घर वापस परत गया। जदों घर आया, नसीरा इहदी घर वाली दा नां सी। उन्हें आउंदियां ही पुछया पीर जी गुरु दे कोल चल के आए हो
ਮਹਾਰਾਜ ਦਾਤੇ ਦੇ ਕੋਲ ਕੀ ਕੁਝ ਲੈ ਕੇ ਆਇਓ, ਕੁਝ ਨਾ ਕੁਝ ਤੇ ਵੇਖੋ ਆਪਾਂ ਭੇਟਾ ਲੈ ਕੇ ਆਉਂਦੇ ਨਾ। ਉਹ ਬੜੇ ਪਿਆਰ ਨਾਲ ਸਮਝਾਉਣ ਲੱਗਾ, ਕਹਿਣ ਲੱਗਾ ਵੀ ਠੀਕ ਏ, ਮੈਂ ਤੈਨੂੰ ਨਸੀਰਾ ਇੱਕ ਗੱਲ ਪਹਿਲਾਂ ਦੱਸ ਦਿਆਂ, ਦੁਨੀਆ ਦੇ ਵਿੱਚ ਥਿਰ ਕੋਈ ਵੀ ਨਹੀਂ। ਉਹ ਕਹਿਣ ਲੱਗੀ ਸਵਾਲ ਮੇਰਾ ਕੁਝ ਸੀ, ਜਵਾਬ ਤੂੰ ਕੁਝ, ਤੁਸੀਂ ਹੋਰ ਕੁਝ ਦੇਈ ਜਾ ਰਹੇ ਹੋ, ਬੁਝਾਰਤਾਂ ਜੀਆਂ ਕਿਉਂ ਪਾਈ ਜਾ ਰਹੇ ਹੋ, ਗੱਲ ਖੋਲ ਕੇ ਦੱਸੋ। ਕਹਿਣ ਲੱਗਾ ਮੈਂ ਪਹਿਲਾਂ ਤੈਨੂੰ ਦੱਸਣਾ ਚਾਹੁੰਦਾ ਵੀ ਦੁਨੀਆ ਦੇ ਵਿੱਚ ਕਿੱਡੇ ਕਿੱਡੇ ਬਾਦਸ਼ਾਹ ਆਏ, ਪੈਗੰਬਰ ਲੋਕ ਆਏ, ਪੀਰ ਮੁਰੀਦ ਆਏ, ਸੰਸਾਰ ਤੋਂ ਸਾਰੇ ਤੁਰ ਗਏ ਨਾ। ਕਹਿਣ ਲੱਗੀ ਜੀ ਉਹ ਤੇ ਹਕੀਕਤ ਹੈ, ਸੰਸਾਰ ਤੋਂ ਸਭ ਨਹੀਂ ਜਾਣਾ ਹੈ। ਤਾਂ ਕਹਿੰਦੇ ਨੇ ਪ੍ਰੇਮੀ ਨੂੰ ਜਦੋਂ ਕੋਈ ਪ੍ਰੇਮੀ ਵਿਛੜਦਾ ਹੈ ਨਾ, ਕੁਝ ਭੇਟਾ ਦਿੰਦਾ ਹੈ ਤੇ ਕੁਝ ਲੈਂਦਾ ਹੈ। ਕਹਿਣ ਲੱਗੀ ਜੀ ਇਹ ਵੀ ਠੀਕ ਇੱਕ ਹਕੀਕਤ ਹੈ, ਗੁਰੂ ਮਹਾਰਾਜ ਦਾਤੇ ਦੇ ਪ੍ਰੇਮੀ ਸਨ ਨਾ, ਪ੍ਰੇਮ ਵਾਲੇ ਸਨ। ਕਹਿਣ ਲੱਗੀ ਜੀ ਠੀਕ ਹੈ ਇਹਦੇ ਵਿੱਚ। ਕਹਿਣ ਲੱਗੇ ਫਿਰ ਤੈਨੂੰ ਇੱਕ ਗੱਲ ਹੋਰ ਦੱਸਦੇ ਆ। ਕਹਿੰਦੀ ਜੀ ਦੱਸੋ ਜੀ। ਗੁਰੂ 6ਵੇਂ ਪਾਤਸ਼ਾਹ ਮਹਾਰਾਜ ਦਾਤੇ ਨੇ ਨਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ 6ਵੇਂ ਜਾਮੇ ਦੇ ਵਿੱਚ ਸੀ ਨਾ, ਤਾਂ ਮਹਾਰਾਜ ਦਾਤੇ ਨੇ ਇੱਕ ਗੱਲ ਕਹੀ ਸੀ, ਪੁੱਤਰ ਨਿਸ਼ਾਨ। ਪੁੱਤਰ ਨੂੰ ਨਿਸ਼ਾਨ ਕਿਹਾ ਸੀ ਵੀ ਮੇਰੀ ਪੁੱਤਰ ਨਿਸ਼ਾਨੀ ਹੈ। ਤਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਦਾਤੇ ਨੇ ਹੁਣ ਕਿਹਾ ਵੀ ਕੇਸ ਮੇਰੀ ਨਿਸ਼ਾਨੀ ਹੈ। ਕਹਿਣ ਲੱਗੀ ਬੁਝਾਰਤਾਂ ਜੀਆਂ ਪਾਈ ਜਾਂਦੇ ਹੋ, ਕੁਝ ਦੱਸੋਗੇ ਵੀ, ਕਹਿਣਾ ਕੀ ਚਾਹੁੰਦੇ ਹੋ। ਕਹਿਣ ਲੱਗੇ ਉਹਦਾ ਪੀਰ ਬੁੱਧੂ ਸ਼ਾਹ ਸੋਚਦੇ ਸਨ ਨਸੀਰਾ ਕਿਉਂਕਿ ਔਰਤ ਹੈ, ਇੱਕ ਮਾਂ ਹੈ ਤੇ ਮਾਂ ਦਾ ਦਿਲ ਮਮਤਾ ਦੇ ਵਿੱਚ ਹੁੰਦਾ ਹੈ ਤੇ ਕੋਮਲ ਬੜਾ ਹੁੰਦਾ ਹੈ। ਮਾਂ ਜਿਹੜੀ ਮਮਤਾ ਦੀ ਮੂਰਤ ਕਿਹਾ ਜਾਂਦਾ ਨਾ, ਜਿਹੜਾ ਮਰਦ ਹੈ ਨਾ ਉਹ ਤੇ ਕਈ ਵਾਰੀ ਕਈ ਚੀਜ਼ਾਂ ਸਹਿਣ ਵੀ ਕਰ ਲੈਂਦਾ, ਅੱਖਾਂ ਵਿੱਚੋਂ ਹੰਝੂ ਨਹੀਂ ਆਉਂਦੇ, ਪਰ ਇੱਕ ਮਾਂ ਹੈ ਨਾ ਜਿਹੜੀ ਔਰਤ ਹੈ ਜਿਹੜੀ, ਉਹ ਜ਼ਿਆਦਾ ਚੀਜ਼ ਕੋਮਲ ਹਿਰਦਾ ਹੁੰਦਾ ਨਾ ਤੇ ਜ਼ਿਆਦਾ ਬਰਦਾਸ਼ਤ ਨਹੀਂ ਹੁੰਦਾ ਉਹਦੇ ਕੋਲ। ਸਮਝਾਉਣ ਵਾਸਤੇ ਵੀ ਕਦੇ ਨਸੀਰਾਂ ਅੰਦਰ ਥਿੜਕਣਾ ਨਾ ਜਾਵੇ, ਜਦੋਂ ਮੈਨੂੰ ਹਕੀਕਤ ਦੱਸ ਦਿੱਤੀ, ਇਸ ਕਰਕੇ ਪਹਿਲਾਂ ਗੱਲ ਸਮਝਾ ਦਿਆਂ। ਕਹਿੰਦੇ ਕਿ ਬੁਝਾਰਤਾਂ ਜਿਹਾ ਕੀ ਪਾਈ ਜਾਂਦੇ ਹੋ, ਗੱਲ ਦੱਸੋ ਵੀ ਕਹਿਣਾ ਕੀ ਚਾਹੁੰਦੇ ਹੋ। 6ਵੇਂ ਪਾਤਸ਼ਾਹ ਮਹਾਰਾਜ ਦਾਤੇ ਨੇ, ਗੁਰੂ ਹਰਗੋਬਿੰਦ ਸਾਹਿਬ ਦਾਤੇ ਨੇ ਕਿਹਾ ਪੁੱਤਰ ਨਿਸ਼ਾਨ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾਤੇ ਨੇ ਕਿਹਾ ਕੇਸ ਮੇਰਾ ਨਿਸ਼ਾਨ ਨਿਸ਼ਾਨੀ ਹੈ, ਤੇ ਮੈਂ ਇੱਕ ਨਿਸ਼ਾਨੀ ਦੇ ਕੇ ਦੂਜੀ ਨਿਸ਼ਾਨੀ ਲੈ ਕੇ ਆਇਆ। ਕਹਿਣ ਲੱਗੀ ਕੀ ਕਹਿਣਾ ਚਾਹੁੰਦੇ ਹੋ। ਨਸੀਰਾਂ 2 ਪੁੱਤਰ ਭੰਗਾਨੀ ਦੇ ਯੁੱਧ ਦੇ ਵਿੱਚ ਸਾਡੇ ਸ਼ਹਾਦਤ ਦਾ ਜਾਮ ਪੀ ਚੁੱਕੇ। ਨਸੀਰਾਂ ਨੇ ਜਦੋਂ ਇਹ ਗੱਲ ਸੁਣੀ ਨਾ, 4 ਪੁੱਤਰਾਂ ਦੇ ਵਿੱਚੋਂ 2 ਪੁੱਤਰ ਭੰਗਾਨੀ ਦੇ ਯੁੱਧ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ। ਅੱਖਾਂ ਵਿੱਚੋਂ ਹੰਝੂ ਆ ਗਏ। ਅੱਖਾਂ ਵਿੱਚੋਂ ਹੰਝੂ ਆਏ ਤੇ ਏਦਾਂ ਪ੍ਰਤੀਤ ਹੋਇਆ ਨਸੀਰਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਪੀਰ ਬੁੱਧੂ ਸ਼ਾਹ ਕਹਿੰਦੇ ਨੇ ਮੈਂ ਪਹਿਲਾਂ ਹੀ ਗੱਲ ਤੈਨੂੰ ਸਮਝਾਈ ਸੀ ਨਾ ਬਈ ਰੋਈ ਨਾ, ਤਾਂ ਹੀ ਤੇ ਤੈਨੂੰ ਗੱਲ ਸਾਰੀ ਸਮਝਾ ਰਿਹਾ ਸਭ ਨਾਸ਼ਵੰਤ ਤੇ ਦੁਨੀਆ ਸੰਸਾਰ ਨਾਸ਼ਵੰਤ ਤੇ। ਤਾਂ ਨਸੀਰਾਂ ਨੇ ਜਿਹੜੀ ਗੱਲ ਕਹੀ ਨਾ, ਉਹ ਸਾਡੇ ਇਤਿਹਾਸ ਨੇ ਬੜੀ ਕਮਾਲ ਦੀ ਸੰਭਾਲ ਕੇ ਰੱਖੀ ਹੈ, ਬੜੀ ਕਮਾਲ ਦੀ ਗੱਲ ਉਹਨੇ ਕਹੀ। ਕਹਿਣ ਲੱਗੀ ਪੀਰ ਜੀ ਮੈਂ ਇਸ ਕਰਕੇ ਨਹੀਂ ਰੋ ਰਹੀ ਕਿ ਮੇਰੇ 2 ਪੁੱਤਰ ਭੰਗਾਨੀ ਦੇ ਅੰਦਰ, ਭੰਗਾਨੀ ਦੇ ਯੁੱਧ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ। ਨਸੀਰਾਂ ਫਿਰ ਰੋਂਦੀ ਕਿਸ ਕਰਕੇ ਆ। ਕਹਿੰਦੀ ਮੇਰੇ ਰੋਣ ਦਾ ਕਾਰਨ ਇਹ ਸੀ, ਮੈਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਤੇ ਨੂੰ ਪੁੱਛਣਾ ਚਾਹਨੀ ਆ, ਦਾਤਾ ਮੇਰੇ ਦੁੱਧ ਪਿਆਣ ਵਿੱਚ ਕੀ ਕਮੀ ਰਹਿ ਗਈ ਸੀ। 2 ਪੁੱਤਰ ਤੇ ਤੂੰ ਆਪਣੇ ਲੇਖੇ ਲਾ ਲਏ, ਇਹ 2 ਬਚ ਕੇ ਕਿਉਂ ਆ ਗਏ। ਇਹਨਾਂ ਨੂੰ ਵੀ ਭੰਗਾਨੀ ਦੇ ਯੁੱਧ ਦੇ ਅੰਦਰ ਕਿਤੇ ਸ਼ਹਾਦਤ ਦਾ ਜਾਮ ਪੀ ਜਾਂਦੇ ਤੇ ਮੇਰੀ ਕੁੱਖ ਸਫਲੀ ਹੋ ਜਾਂਦੀ। ਸੱਚਮੁੱਚ ਇਤਿਹਾਸ ਕਹਿੰਦਾ ਹੈ ਵੀ ਉਹ ਨਸੀਰਾਂ ਮਾਂ ਦੀ ਕੀਤੀ ਹੋਈ ਅਰਦਾਸ ਹੀ ਸੀ, ਜਿਹੜੇ ਉਹਦੇ 2 ਪੁੱਤਰ ਜਿਹੜੇ ਬਚੇ ਸਨ ਉਹਨਾਂ ਨੇ ਵੀ ਗੁਰੂ ਵਾਸਤੇ ਸ਼ਹਾਦਤ ਦਾ ਜਾਮ ਪੀਤਾ। ਪੀਰ ਬੁੱਧੂ ਸ਼ਾਹ ਦੇ ਹਿੱਸੇ ਵੀ ਸ਼ਹਾਦਤ ਆਈ। ਜਦੋਂ ਆਪਾਂ ਇਤਿਹਾਸ ਦੇ ਪੰਨੇ ਪੜਾਂਗੇ ਸਾਨੂੰ ਇਸ ਦਾ ਪਤਾ ਲੱਗਦਾ ਇਹਦਾ ਮਤਲਬ ਕੀ ਹੈ। ਦੁਨੀਆ ਤੇ ਆਪਣੇ ਵਾਸਤੇ ਜਿਉਂਦੀ ਹੈ ਨਾ, ਦੁਨੀਆ ਨੇ ਤੇ ਆਪਣੇ ਮਤਲਬ ਵਾਸਤੇ ਜਿਉਂਦੀ ਹੈ। ਜਿਹੜੇ ਰੱਬ ਦੇ ਪਿਆਰੇ ਨੇ, ਮਹਾਰਾਜ ਕਹਿੰਦੇ ਨਾਨਕ ਦੁਨੀਆ ਕੈਸੀ ਹੋਈ, ਕਿਵੇਂ ਦੀ ਦੁਨੀਆ ਹੋ ਗਈ, ਸਾਲਕ ਮਿੱਤ ਨਾ ਰਹਿਓ ਕੋਈ। ਇਹ ਦੁਨੀਆ ਵਿੱਚ ਕੋਈ ਅਸਲੀ ਮਿੱਤਰ ਰਿਹਾ ਹੀ ਨਹੀਂ, ਕੋਈ ਅਸਲੀ ਸੱਜਣ ਨਾਲ ਸੰਬੰਧ ਸਾਥ ਨਿਭਾਉਣ ਵਾਲਾ ਲਿਆ ਹੀ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾਤਾ ਜੀ ਕਹਿੰਦੇ ਨੇ ਹੈ ਕੋਈ ਸੱਜਣ, ਹੈ ਨਹੀਂ ਐਸੇ ਸੱਜਣ ਜਿਹੜੇ ਇੱਕ ਵਾਰ ਬਾਹ ਫੜ ਲੈਣਾ ਫਿਰ ਲੋਕ ਪਰਲੋਕ ਦੇ ਵਿੱਚ ਤੇਰੀ ਬਾਹ ਨਹੀਂ ਛੱਡਣਗੇ। ਮਹਾਰਾਜ ਦਾਤੇ ਦੇ ਬਚਨ ਪੜ੍ਹਦੇ ਆ ਨਾ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਜਿਹੜਾ ਸੱਜਣ ਹੈ ਨਾ, ਜਿਹੜਾ ਇੱਕ ਵਾਰ ਬਾਹ ਫੜ ਲੇਗਾ, ਜਿਹੜਾ ਵੱਡਿਆਂ ਸ਼ਾਹਾਂ ਦਾ ਸ਼ਾਹ ਹੈ, ਜੇ ਉਹਨੇ ਬਾਹ ਤੇਰੀ ਫੜ ਲਈ ਨਾ, ਜਿਸ ਪਾਸ ਬੈਠਿਆ ਸੋ ਹੀ ਹੈ
सबना दा विसा। जे उन्हें तेरी बाह फड़ लई ना तो महाराज कहते हैं लोक परलोक विच तेनू घबराण दी लोड़ नहीं, वो इत्थे भी बाह फड़ेगा, अगे भी बाह फड़ के रखेगा। मैं तो कई बार सोचदा साध संगत जी, पीर बुद्धू शाह अपने पुत्रां नू कुर्बान कर रहा है, गुरु वास्ते महाराज दाते वास्ते सब कुछ वार के सिक्खी दी दात लै रहा है। ते अज साडे ते बच्चे सिख परिवारां विच जन्म लैंदे ने, क्यों पीर बुद्धू शाह दे कोल नहीं बहिंदे आके? भाव उहदे इतिहास तो जानू क्यों नहीं होंदे? क्यों नहीं पढ़ते भाई साहब भाई तारू सिंह का इतिहास? क्यों नहीं उन्हां दे कोल जीवन की जाच सिखते? बाणी ते सतगुरु दाते दे ते बचन सानू जीवन दे विच चंगा बनाण दा उपदेश दे रहे ने ना महाराज। अज सतगुरु दाते ने बड़े प्यारे बोल कहे, आओ आपां सतगुरु दाते दे बचनां दे फिर दर्शन करिए। नानक दुनिया कैसी होई, सालक मित न रह्यो कोई, भाई बंदी हेत चुकाया, दुनिया कारण दीन गवाया। महाराज कहते ने अपने स्वार्थ वास्ते, अपने सखे संबंधियां वास्ते बंदे ने लालच वाली बिरती कीती, अंदर लालच आ गया और उन्हां दे वास्ते जिंदगी जियोई। पातशाह जी कहते ने पर दुनिया कारण, बाबा शेख फरीद साहब जी ने बड़े प्यारे बोल कहे ने ना, बाबा जी कहते ने करा ते की करा, ये दुनिया कारण मैं अपना दीन गवा लिया। फरीदा दीन गवाया दुनी स्यों, दुनी ना चाली साथ, है कोई नाल निभण वाला। फिर अगे पता जे की कहते ने, पाए कुहाड़ा मारिया। अपने पैरों उत्ते बंदा, जेड़ा बंदा किसी रुख दे उत्ते बैठा होवे ते ओ रुख दी टहनी उत्ते बैठा होवे ते ओ टहनी नूं ही कटना शुरू कर देवे, आपां उहनूं की कहने? सियाणा तो नहीं कहंदे ना, की कहने? फिर मूर्ख कहने ना बई, इहनूं इन्नी समझ नहीं। जिस रुख दी टहनी ते बैठा वो टहनी नूं ही पहलां कट रहा, वो बाकी दियां टहनियां कट लैंदा ते वखरी गल सी, उसे टहनी नूं कट रहा, फिर तो जमीन ते डिगेगा ना। बाबा जी कहंदे ने ते पैर नूं खुद कुहाड़ा मार रहा, वो तो टहनी की गल, इत्थे तां पैर नूं ही कुहाड़ा मार रहा। गाफल अपने हाथ, गाफल हो गया, गफलत दी नींदर सुता पिया। इसे करके दीन धर्म की खातर उथे कहंदे ने भी दुनिया, खिमा करना, दुनिया की खातर धर्म नूं गवा लिया, दीन गवाया, दीन गवा लिया। दीन शब्द का अर्थ गरीब भी आएगा, पर वो आपां नूं देखना पेगा बाणी दे विच सतगुरु दाता जी किस प्रथाए कह रहे हैं। दीन गवाया दुनी स्यों, दुनी दे खातर दीन गवा लिया। अज सतगुरु दाता जी कहंदे ने, पातशाह जी फरमाउंदे ने, दुनिया कारण दीन गवाया, भाई बंदी हे चुकाया, दुनिया कारण दीन गवाया। दुनिया दी कारण तू अपने धर्म नूं गवा लिया। सतगुरु दाता जी कृपा करन, दुनिया दी खातर दीन ना चला जाए, धर्म ना चला जाए। जेकर गुरु दा ज्ञान कोल होया, गुरु दा उपदेश कोल होया, ते सचमुच जीवन चंगा ते सोहना बनेगा। ये महाराज दाते दी बाणी दा ज्ञान है। 3 श्लोकां दी होर आपां अगे विचार कीती है। गुरु दे गुण गाउंदियां बच्चे हाँ गुरु दे अनजान आ, पूरे गुरु की सिफत करदियां सुभावक अधूरियां पासों गलतियां होंदियां ने, एक नहीं अनेकां गलतियां हो गईयां होणगीਆਂ। महाराज दाता जी आप मेहर करके बख्शण योग हैं। गुरु सवारी गुरु प्यारी गुरु रूप साध संगत बख्शण योग है। भुल्लां ना चतारनियां, प्रेम अदब सत्कार दे नाल गुरु चरनां विच अरदास करो। महाराज अगे वास्ते समत सोझी बख्शिश करन। अदब सत्कार दे नाल आखो जी वाहिगुरु जी का खालसा, वाहिगुरु जी की फतेह।